ਹਰਜਿੰਦਰ ਸਿੰਘ ਸੂਰੇਵਾਲੀਆ ਦੀ ਪੁਸਤਕ ਅਦਬੀ ਚਿਹਰੇ ਦਾ ਪਹਿਲਾ ਰੇਖਾ ਚਿੱਤਰ ਹੈ ਉਦਾਸ ਸ਼ਾਮਾਂ ਦਾ ਸੂਰਜ। ਗੁਰਦਿਆਲ ਸਿੰਘ। 2 ਜਨਵਰੀ 2016 ਦੇ ਦਿਨ ਜੈਤੋਂ ਦੇ ਲਾਗੇ ਇੱਕ ਇਤਿਹਾਸਿਕ ਗੁਰਦੁਆਰੇ 'ਚ ਇੱਕ ਸਿਆਸੀ ਅਕਾਲੀ ਆਗੂ ਦੇ ਪੋਤਰੇ ਦੇ ਸ਼ਗਨ ਤੋਂ ਵਿਹਲੇ ਹੋ ਕੇ ਮੈਂ ਤੇ ਜ਼ੋਰਾ ਸਿੰਘ ਸੰਧੂ ਸੋਚੀ ਪੈ ਗਏ ਕਿ ਹੁਣ ਕਿੱਧਰ ਜਾਇਆ ਜਾਏ। ਚੱਲ ਗੁਰਦਿਆਲ ਸਿੰਘ ਨੂੰ ਮਿਲ ਕੇ ਆਉਂਦੇ ਹਾਂ। ਜ਼ੋਰਾ ਸਿੰਘ ਸੰਧੂ ਨੇ ਕਿਹਾ ਤੇ ਜੇਬ 'ਚੋਂ ਮੋਬਾਈਲ ਕੱਢ ਲਿਆ। ਠੀਕ ਹੈ, ਕਈ ਸਾਲਾਂ ਤੋਂ ਮੈਂ ਵੀ ਨਹੀਂ ਮਿਲਿਆ, ਫੋਨ ਕਰਨ ਨੂੰ ਕੀ ਹੈ, ਉਹਨਾਂ ਘਰ ਹੀ ਹੋਣਾ, ਮੈਂ ਕਿਹਾ ਤੇ ਗੱਡੀ ਪਾਰਕਿੰਗ ਵਾਲੀ ਜਗ੍ਹਾ ਤੋਂ ਕੱਢ ਕੇ ਜੈਤੋਂ ਵੱਲ ਨੂੰ ਮੁੜ ਲਈ। ਨਹੀਂ ਯਾਰ, ਫੋਨ ਤੇ ਪਹਿਲਾਂ ਆਗਿਆ ਲੈ ਕੇ ਹੀ ਚੱਲਦੇ ਹਾਂ। ਮੈਂ ਤਾਂ ਹਮੇਸ਼ਾ ਆਗਿਆ ਲੈ ਕੇ ਹੀ ਜਾਂਦਾ। ਵੱਡਾ ਬੰਦਾ ਹੈ, ਆਗਿਆ ਲੈ ਕੇ ਹੀ ਜਾਣਾ ਚਾਹੀਦਾ ਹੈ। ਤੇ ਉਹ ਫੋਨ ਮਿਲਾਉਣ ਲੱਗੇ। ਵੱਡਾ ਬੰਦਾ ਹੈ? ਸਾਡੇ ਤਾਂ ਕਦੇ ਇਹ ਗੱਲ ਦਿਮਾਗ 'ਚ ਹੀ ਨਹੀਂ ਆਈ ਸੀ। ਜ਼ੋਰਾ ਸਿੰਘ ਸੰਧੂ ਨੇ ਗੱਲ ਕੀਤੀ ਤੇ ਨਿਰਾਸ਼ ਸੁਰ 'ਚ ਬੋਲੇ, ਪ੍ਰੋਫੈਸਰ ਸਾਹਿਬ ਹਨ ਤਾਂ ਘਰ ਹੀ, ਪਰ ਆਪਾਂ ਨੂੰ ਨਹੀਂ ਮਿਲ ਸਕਦੇ, ਉਹਨਾਂ ਦੇ ਮਹਿਮਾਨ ਆਏ ਹੈ। ਅਸੀਂ ਤਾਂ ਸੈਂਕੜੇ ਵਾਰੀ ਉਹਨਾਂ ਦੇ ਘਰ ਗਏ ਹਾਂ, ਕਦੇ ਇਜਾਜ਼ਤ ਲੈ ਕੇ ਨਹੀਂ ਸੀ ਗਏ ਤੇ ਨਾ ਹੀ ਬਿਨਾਂ ਮਿਲੇ ਵਾਪਸ ਆਏ ਸੀ। ਮੋਬਾਈਲ ਫੋਨ ਤਾਂ ਉਦੋਂ ਹੁੰਦੇ ਹੀ ਨਹੀਂ ਸੀ। ਪਰ ਇਹ ਤਾਂ ਅੱਜ ਤੋਂ 33-34 ਸਾਲ ਪਹਿਲਾਂ ਦੀਆਂ ਗੱਲਾਂ ਸਨ। 1982 ਤੋਂ ਸਾਹਿਤ ਸਭਾ ਜੈਤੋਂ ਨਾਲ ਜੁੜਿਆ ਹੋਇਆ। ਸਾਹਿਤ ਸਭਾ ਜੋ ਕਦੀ ਗੁਰਦਿਆਲ ਸਿੰਘ ਤੇ ਗੁਰਬਚਨ ਸਿੰਘ ਭੁੱਲਰ ਹੋਰਾਂ ਵੀ ਬਣਾਈ ਸੀ। ਜੈਤੋਂ ਬੱਸ ਅੱਡੇ ਦੇ ਨਾਲ ਬਣੇ ਪਾਂਕ ਵਿੱਚ ਅਸੀਂ ਘਾਹ 'ਤੇ ਬੈਠ ਕੇ ਮੀਟਿੰਗਾਂ ਕਰਦੇ, ਰਚਨਾਵਾਂ ਪੜ੍ਹਦੇ, ਕਿਸੇ ਨੇੜਲੇ ਢਾਬੇ ਤੋਂ ਚਾਹ ਪੀਂਦੇ ਤੇ ਬੱਸਾਂ 'ਤੇ ਬੈਠ ਕੇ ਘਰਾਂ ਨੂੰ ਮੁੜ ਜਾਂਦੇ। ਇਹਨਾਂ ਮੀਟਿੰਗਾਂ ਵਿੱਚ ਕਦੇ ਜਨਾਬ ਦੀਪਕ ਜੈਤੋਈ ਵੀ ਆ ਜਾਂਦੇ ਸਨ ਤੇ ਆਪਣੇ ਚੇਲਿਆਂ ਦੀਆਂ ਗਜ਼ਲਾਂ ਦਰੁਸਤ ਕਰਿਆ ਕਰਦੇ ਸਨ। ਪ੍ਰੋਫੈਸਰ ਗੁਰਦਿਆਲ ਸਿੰਘ ਵਿਸ਼ੇਸ਼ ਸਮਾਗਮ 'ਤੇ ਪ੍ਰਧਾਨਗੀ ਕਰਨ ਹੀ ਆਉਂਦੇ ਸਨ, ਪਰ ਅਸੀਂ ਕਦੇ-ਕਦੇ ਉਹਨਾਂ ਨੂੰ ਮਿਲਣ ਉਹਨਾਂ ਦੇ ਘਰ ਚਲੇ ਜਾਂਦੇ। ਪ੍ਰੋਫੈਸਰ ਗੁਰਦਿਆਲ ਸਿੰਘ ਦਾ ਘਰ ਚਿੜੀ ਦੇ ਪਹੁੰਚੇ ਜਿੱਡੀ, ਰਕਬੇ ਪੱਖੋਂ ਛੋਟੀ ਪਰ ਇਤਿਹਾਸਿਕ ਪੱਖ ਤੋਂ ਬਹੁਤ ਵੱਡੀ ਜੈਤੋ ਦੀ ਮਸ਼ਹੂਰ ਮੰਡੀ 'ਚ ਉਹਨਾਂ ਚੌੜੀਆਂ ਤੇ ਖੁੱਲ੍ਹੀਆਂ ਗਲੀਆਂ 'ਚ ਸਥਿਤ ਹੈ, ਜਿਹੜੀਆਂ ਇੱਕ ਦੂਜੇ ਨੂੰ 90 ਦੇ ਕੋਣ ਤੋਂ ਘੱਟਦੀਆਂ ਹਨ ਤੇ ਹਰ ਘਰ ਦੇ ਅੱਗੇ ਪੱਕੇ ਥੜਿਆਂ ਤੇ ਭੀੜੇ ਘਰਾਂ ਵਾਲੀਆਂ ਬਣਿਆਣੀਆਂ ਸਾਰਾ ਦਿਨ ਵਿਹਲੀਆਂ ਬੈਠੀਆਂ ਗੱਲਾਂ ਮਾਰਦੀਆਂ ਦਿਖਾਈ ਦਿੰਦੀਆਂ ਹਨ। ਇਸ ਜੈਤੋ ਮੰਡੀ ਦੇ ਨਾਂ ਤੋਂ ਪੰਜਾਬ ਦਾ ਬੱਚਾ ਚਿਰਾਂ ਤੋਂ ਜਾਣੂ ਹੈ। ਕਿਸੇ ਸਮੇਂ ਪਿੰਡਾਂ 'ਚ ਵੱਜਦੇ ਲਾਊਡ ਸਪੀਕਰਾਂ 'ਚ ਵੱਜਣ ਵਾਲੇ ਗੀਤਾਂ ਤੇ ਰੇਡੀਓ ਸਟੇਸ਼ਨ ਜਲੰਧਰ ਤੋਂ ਪ੍ਰਸਾਰਿਤ ਦੀਪਕ ਜੈਤੋਈ ਦੇ ਗੀਤਾਂ ਵਿੱਚ ਜੈਤੋਂ ਦਾ ਨਾਮ ਬੋਲਦਾ ਸੀ। ਇੱਥੇ ਲੱਗਣ ਵਾਲੀ ਪਸ਼ੂਆਂ ਦੀ ਮੰਡੀ ਵੀ ਪੰਜਾਬ 'ਚ ਪ੍ਰਸਿੱਧ ਸੀ। ਮੰਡੀ 'ਚ ਪਸ਼ੂ ਵੇਚਣ ਆਏ ਜੱਟ ਆਪਣੀਆਂ ਦੁੱਧੋ ਭੱਜੀਆਂ ਤੇ ਫਿਰਾਕਲ ਦੇਸੀ ਗਾਵਾਂ ਵੱਛੀਆਂ ਨੂੰ ਇੱਥੇ ਛੱਡ ਜਾਂਦੇ ਸਨ, ਜੋ ਮੰਡੀ ਦੀਆਂ ਲਾਲੀਆਂ ਤੋਂ ਆਟੇ ਦੇ ਪੇੜਿਆਂ ਦਾ ਲੁਤਫ ਲੈਂਦੀਆਂ ਗਲੀਆਂ 'ਚ ਭੌਂਦੀਆਂ ਰਹਿੰਦੀਆਂ ਸਨ। ਜੱਟਾਂ ਵੱਲੋਂ ਦੁਰਕਾਰੀਆਂ ਇਸ ਤਰ੍ਹਾਂ ਦੀਆਂ 4-5 ਗਊਆਂ ਵੱਛੀਆਂ ਪ੍ਰੋਫੈਸਰ ਸਾਹਿਬ ਦੀ ਗਲੀ ਵਿੱਚ ਵੀ ਮੌਜੂਦ ਰਹਿੰਦੀਆਂ ਸਨ। ਸਾਹਿਤਕ ਮੱਸ ਰੱਖਣ ਵਾਲੇ ਜ਼ਿਲ੍ਹੇ ਦੇ ਇੱਕ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਪਸ਼ੂ ਮੰਡੀ ਦੇ ਨੇੜਲੇ ਵਾਲੀ ਇਸ ਗਲੀ ਦੇ ਮੁੱਢ 'ਚ ਗਿਆਨਪੀਠ ਮਾਰਗ ਦੀ ਤਖਤੀ, ਪਰ ਗੁਰਦਿਆਲ ਸਿੰਘ ਦੇ ਬਾਰ 'ਚ ਅੱਜ ਵੀ ਕੋਈ ਨਾਂ ਦੀ ਤਖਤੀ ਨਹੀਂ ਲੱਗੀ, ਲਵਾ ਦਿੱਤੀ ਸੀ। ਇਸ ਗਿਆਨਪੀਠ ਮਾਰਗ 'ਤੇ ਰਹਿਣ ਵਾਲੇ ਬਹੁਤੇ ਮਾਰਵਾੜੀ ਬਾਣੀਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਗਲੀ 'ਚ ਇੱਕ ਪੰਜਾਬੀ ਦਾ ਮਹਾਨ ਲੇਖਕ ਵੀ ਰਹਿੰਦਾ ਹੈ। ਦੂਰਦਰਸ਼ਨ ਵਾਲੇ ਜਦੋਂ ਪ੍ਰੋਫੈਸਰ ਸਾਹਿਬ 'ਤੇ ਫਿਲਮ ਬਣਾਉਣ ਆਏ ਸਨ ਤਾਂ ਉਹਨਾਂ ਇੱਕ ਘਰ ਦੇ ਮੂਹਰੇ ਥੜੇ 'ਤੇ ਬੈਠੇ ਮਰਦ ਔਰਤਾਂ ਤੋਂ ਗੁਰਦਿਆਲ ਸਿੰਘ ਬਾਰੇ ਪੁੱਛ ਲਿਆ। ਉਹ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਝਾਕਣ ਲੱਗੇ। ਕੌਣ ਸੋ ਗੁਰਦਿਆਲ ਸਿੰਘ? ਤੇ ਫਿਰ ਇੱਕ ਬੰਦਾ ਕੁਝ ਸੋਚ ਕੇ ਬੋਲਿਆ, ਅਰੇ ਵਹੀ ਸੁਕੜੂ ਸਾ ਮਾਸਟਰ। ਸਾਹਿਤ ਸਭਾ ਦੀ ਮੀਟਿੰਗ ਤੋਂ ਬਾਅਦ ਅਸੀਂ ਚੰਦਾ ਲੈਣ ਵਾਲਿਆਂ ਵਾਂਗ 4-5 ਜਣੇ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਬਾਰ 'ਚ ਜਾ ਖਲੋਂਦੇ। ਹਰਦਮ ਮਾਨ ਦੇ ਇੱਕ ਹੱਥ 'ਚ ਸਭਾ ਦੀ ਕਾਰਵਾਈ ਵਾਲਾ ਰਜਿਸਟਰ ਫੜਿਆ ਹੁੰਦਾ ਤੇ ਦੂਜੇ ਹੱਥ 'ਚੋਂ ਘੰਟੀ ਦਾ ਬਟਨ ਨੱਪ ਦਿੰਦਾ। ਸੋਹਣੀ ਸੁਨੱਖੀ ਨੌਜਵਾਨ ਔਰਤ ਬੂਹਾ ਖੋਲ੍ਹਦੀ, ਮੁਸਕਰਾ ਕੇ ਸਿਰ ਨਿਵਾਉਂਦੀ ਤੇ ਇੱਕ ਪਾਸੇ ਹਟ ਜਾਂਦੀ ਤਾਂ ਕਿ ਅਸੀਂ ਅੰਦਰ ਆ ਕੇ ਪੌੜੀਆਂ ਚੜ੍ਹ ਕੇ ਉੱਪਰ ਜਾ ਸਕੀਏ। ਪ੍ਰੋਫੈਸਰ ਗੁਰਦਿਆਲ ਸਿੰਘ ਦਾ ਮਕਾਨ ਪੁਰਾਣਾ ਤੇ ਆਸੇ-ਪਾਸੇ ਦੇ ਲਾਲਿਆਂ ਦੇ ਘਰਾਂ ਵਾਂਗ ਛੋਟਾ ਤੇ 2 ਮੰਜ਼ਿਲ ਹੈ। ਇਹਨੂੰ ਨਵਾਂ ਰੂਪ ਦੇਣ ਵਾਲੇ ਕਿਰਪਾਲ ਕਿਜ਼ਾਕ ਦੀ ਕਲਾਕਾਰੀ ਤੋਂ ਹੈਰਾਨ ਹੁੰਦੇ ਅਸੀਂ ਪੌੜੀਆਂ ਚੜ੍ਹ ਕੇ ਪ੍ਰੋਫੈਸਰ ਸਾਹਿਬ ਦੇ ਕਮਰੇ 'ਚ ਜਾ ਵੜਦੇ। ਆਪਣੇ ਬੈੱਡ 'ਤੇ ਪਏ ਪ੍ਰੋਫੈਸਰ ਸਾਹਿਬ ਕੋਈ ਕਿਤਾਬ ਪੜ੍ਹ ਰਹੇ ਹੁੰਦੇ। ਮਾਤਾ ਜੀ ਉਹਨਾਂ ਕੋਲ ਇੱਕ ਪਾਸੇ ਬੈਠੇ ਹੁੰਦੇ ਜਾਂ ਉੱਠ ਕੇ ਚੱਪਲਾਂ ਪਾ ਰਹੇ ਹੁੰਦੇ ਤੇ ਚੁੱਪ-ਚਾਪ ਕਮਰੇ 'ਚੋਂ ਬਾਹਰ ਨਿਕਲ ਜਾਂਦੇ। ਅਸੀਂ ਹੱਥ ਜੋੜ ਕੇ ਨਮਸਕਾਰ ਕਰਕੇ ਕੁਰਸੀਆਂ 'ਤੇ ਬੈਠ ਜਾਂਦੇ। ਪ੍ਰੋਫੈਸਰ ਸਾਹਿਬ ਮੁਸਕਰਾ ਕੇ ਸਾਡਾ ਸਵਾਗਤ ਕਰਦੇ, ਆਪਣੀ ਕਿਤਾਬ ਪਾਸੇ ਰੱਖ ਦਿੰਦੇ ਤੇ ਗਿਆਨ ਗੋਸ਼ਟ ਲਈ ਤਿਆਰ ਹੋ ਜਾਂਦੇ। ਅਸੀਂ ਕੋਈ ਸਵਾਲ ਕਰਦੇ, ਉਹ ਕੋਈ ਜਵਾਬ ਦਿੰਦੇ। ਇਸ ਤਰ੍ਹਾਂ ਵਾਰਤਾਲਾਪ ਸ਼ੁਰੂ ਹੋ ਜਾਂਦੇ।
ਜਿਹੜੀ ਫੇਰ ਵਾਰਤਾਲਾਪ ਨਾ ਰਹਿੰਦੀ ਤੇ ਪ੍ਰੋਫੈਸਰ ਸਾਹਿਬ ਦਾ ਪ੍ਰਵਚਨ ਹੋ ਨਿਬੜਦੀ। ਅਸੀਂ ਸਰੋਤੇ ਬਣੇ ਮੰਤਰ ਮੁਗਧ ਉਹਨਾਂ ਨੂੰ ਸੁਣਦੇ ਰਹਿੰਦੇ। ਅੱਧੇ ਪੌਣੇ ਘੰਟੇ ਬਾਅਦ ਪ੍ਰੋਫੈਸਰ ਸਾਹਿਬ ਦੀ ਨੂੰਹ ਚਾਹ ਦੇ ਕੱਪ 'ਤੇ ਖਾਣ ਲਈ ਬਿਸਕਿਟ ਵਗੈਰਾ ਰੱਖ ਜਾਂਦੀ। ਅਸੀਂ ਉਹਨਾਂ ਕੋਲ ਪਿਛਲੇ ਪਹਿਰ ਹੀ ਜਾਂਦੇ ਸਾਂ ਤੇ ਉਸ ਸਮੇਂ ਢਲਦੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਉਹਨਾਂ ਦੇ ਚੁਬਾਰੇ ਦੀਆਂ ਬਾਰੀਆਂ ਵਿਚਲੇ ਸ਼ੀਸ਼ਿਆਂ ਵਿੱਚੋਂ ਲੰਘ ਕੇ ਅੱਗੇ ਪਰਦਿਆਂ ਨਾਲ ਟਕਰਾ ਕੇ ਕਮਰੇ 'ਚ ਪੂਰਾ ਚਾਨਣ ਕਰ ਰਹੀਆਂ ਹੁੰਦੀਆਂ ਤੇ ਹੌਲੀ ਹੌਲੀ ਇਹ ਚਾਨਣ ਘਟਣ ਲੱਗਦਾ ਤੇ ਨਾਲ ਹੀ ਮੇਰਾ ਦਿਲ ਘਟਣ ਲੱਗਦਾ। ਮੇਰੀ ਨਿਗਾਹ ਟਿਕ ਟਿਕ ਕਰਦੇ ਕਲੌਕ 'ਤੇ ਟਿਕ ਜਾਂਦੀ। ਮੇਰੇ ਪਿੰਡ ਜਾਣ ਵਾਲੀ ਆਖਰੀ ਬੱਸ ਦਾ ਸਮਾਂ ਹੋ ਗਿਆ ਹੁੰਦਾ, ਪਰ ਪ੍ਰੋਫੈਸਰ ਸਾਹਿਬ ਦੀ ਗੱਲ ਕਿਸੇ ਤਣ ਪੱਤਣ ਨਾ ਲੱਗੀ ਹੋਣ ਕਾਰਨ ਉੱਠਣ ਦੀ ਗੁਸਤਾਖੀ ਵੀ ਨਹੀਂ ਸੀ ਕਰ ਸਕਦੇ। ਆਖਰੀ ਬੱਸ ਲੰਘ ਜਾਂਦੀ ਤੇ ਉਸ ਦਿਨ ਮੈਨੂੰ ਰਾਤ ਹਰਦਮ ਮਾਨ ਕੋਲ ਉਹਦੇ ਪਿੰਡ ਡੇਲਿਆਂ ਵਾਲੀ ਕੱਟਣੀ ਪੈਂਦੀ। ਸਾਲ ਦਾ ਕੋਈ ਵੀ ਮਹੀਨਾ ਜਾਂ ਦਿਨ ਵਾਰ ਹੁੰਦਾ, ਪਰ ਹਮੇਸ਼ਾ ਇਸ ਤਰ੍ਹਾਂ ਹੀ ਹੁੰਦਾ। ਹਰਦਮ ਮਾਨ ਘੰਟੀ ਨੱਪਦਾ, ਪ੍ਰੋਫੈਸਰ ਸਾਹਿਬ ਦੀ ਨੂੰਹ ਦਰਵਾਜ਼ਾ ਖੋਲ੍ਹਦੀ, ਅਸੀਂ ਪੌੜੀਆਂ ਚੜ੍ਹ ਜਾਂਦੇ। ਪ੍ਰੋਫੈਸਰ ਸਾਹਿਬ ਦੇ ਬੈੱਡ 'ਤੇ ਬੈਠੀ ਉਹਨਾਂ ਦੀ ਧਰਮ ਪਤਨੀ ਉੱਠ ਖਲੋਂਦੀ। ਅਸੀਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੇ। ਪ੍ਰੋਫੈਸਰ ਸਾਹਿਬ ਮੁਸਕਰਾਉਂਦੇ। ਮਾਤਾ ਜੀ ਚੱਪਲਾਂ ਪਾ ਕੇ ਚੁੱਪਚਾਪ ਬਾਹਰ ਨਿਕਲ ਜਾਂਦੇ ਤੇ ਅਸੀਂ ਆਰਾਮ ਕੁਰਸੀਆਂ 'ਤੇ ਜੱਚ ਜਾਂਦੇ। ਅਸੀਂ ਕਦੇ ਘਰ 'ਚ ਨਾ ਹੀ ਕਦੇ ਕੋਈ ਚੌਥਾ ਜੀ ਵੇਖਿਆ ਸੀ। ਇਹ ਤਾਂ ਪਤਾ ਸੀ ਕਿ ਉਹਨਾਂ ਦਾ ਇੱਕ ਬੇਟਾ ਤੇ 2 ਪੋਤਰੇ ਹਨ। ਧੀਆਂ ਆਪਣੇ ਘਰੀਂ ਵਸਦੀਆਂ ਹਨ ਤੇ ਮਾਤਾ ਜੀ ਵੀ ਅਸੀਂ ਕਦੇ ਬੋਲਦੇ ਨਹੀਂ ਸੁਣੇ ਸਨ। ਇੱਕ ਦਿਨ ਦਰਸ਼ਨ ਬਲਾੜੀਆ ਕਹਿਣ ਲੱਗਾ ਕਿ ਬੇਬੇ ਤਾਂ ਵਿਚਾਰੀ ਗੂੰਗੀ ਲੱਗਦੀ ਹੈ। ਮਾਤਾ ਜੀ ਤਾਂ ਪ੍ਰੋਫੈਸਰ ਸਾਹਿਬ ਤੋਂ ਕਾਫੀ ਛੋਟੀ ਉਮਰ ਦੀ ਤੇ ਅਨਪੜ੍ਹ ਹੈ, ਪਰ ਉਹਨੇ ਉਹਨਾਂ ਨੂੰ ਮਾਤਾ ਬਣ ਕੇ ਹੀ ਸੰਭਾਲਿਆ ਤੇ ਹਰ ਸਮੇਂ ਉਹਨਾਂ ਦੇ ਕਦਮਾਂ 'ਚ ਬੈਠ ਕੇ ਉਹਨਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ। ਪ੍ਰੋਫੈਸਰ ਸਾਹਿਬ ਲਿਖਣ ਬੈਠ ਜਾਂਦੇ ਹਨ ਤਾਂ ਚੁੱਪਚਾਪ ਚਾਹ ਦਾ ਕੱਪ ਕੋਲ ਲਿਆ ਕੇ ਰੱਖ ਦਿੰਦੀ ਹੈ, ਜੋ ਅਕਸਰ ਹੀ ਪਈ ਠਰ ਜਾਂਦੀ ਹੈ, ਤਾਂ ਬਿਨਾਂ ਬੋਲੇ ਦੂਸਰਾ ਕੱਪ ਬਣਾ ਕੇ ਰੱਖ ਦਿੰਦੀ ਹੈ। ਮਾੜਾ ਢੱਗਾ 36 ਰੋਗ ਵਾਂਗ ਪ੍ਰੋਫੈਸਰ ਸਾਹਿਬ ਨੂੰ ਨਿੱਕੀਆਂ ਮੋਟੀਆਂ ਬਿਮਾਰੀਆਂ ਜਿਵੇਂ ਜ਼ੁਕਾਮ, ਸਿਰ ਦਰਦ, ਜਾੜ ਦਰਦ, ਕੰਨ ਦਰਦ, ਪੇਟ ਦਰਦ ਆਦਿ ਨੇ ਘੇਰੀ ਹੀ ਰੱਖਿਆ ਤੇ ਮਾਤਾ ਹੀ ਉਹਨਾਂ ਦਾ ਔੜ ਪੌੜ ਕਰਦੀ ਹੈ। ਸਿਆਲ 'ਚ ਅਕਸਰ ਹੀ ਪ੍ਰੋਫੈਸਰ ਸਾਹਿਬ ਨੂੰ ਜ਼ੁਕਾਮ ਹੋ ਜਾਂਦਾ ਹੈ ਤੇ ਪਾਲਾ ਲੱਗਦਾ ਹੈ। ਉਹ ਅੰਗੀਠੀ ਬਾਲ ਕੇ ਉਹਨਾਂ ਦੇ ਮੰਜੇ ਕੋਲ ਰੱਖਦੀ ਹੈ। ਪ੍ਰੋਫੈਸਰ ਸਾਹਿਬ ਕਹਿੰਦੇ ਹਨ, ਅੰਗੀਠੀ ਬਾਲੀ ਨੇੜੇ ਰੱਖਤੀ। ਕਦੇ ਕਹਿੰਦੇ ਹੁਣ ਦੂਰ ਰੱਖਤੀ ਤੇ ਵਿਚਾਰੇ ਬਿਨਾਂ ਉਜ਼ਰ ਕੀਤੇ ਜਿਵੇਂ ਪ੍ਰੋਫੈਸਰ ਸਾਹਿਬ ਹੁਕਮ ਕਰੀ ਜਾਂਦੇ ਉਵੇਂ ਹੀ ਕਰੀ ਜਾਂਦੀ ਤੇ ਸਾਰਾ ਦਿਨ ਉਹਨਾਂ ਦੁਆਲੇ ਊਰੀ ਵਾਂਗ ਘੁੰਮੀ ਜਾਂਦੀ। ਜਦੋਂ ਪ੍ਰੋਫੈਸਰ ਸਾਹਿਬ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਤਾਂ ਸਾਹਿਤਿਕ ਸੱਥ ਕੋਟਕਪੁਰਾ ਵੱਲੋਂ ਇੱਕ ਸਨਮਾਨ ਸਮਾਰੋਹ ਕੀਤਾ ਗਿਆ, ਜਿਸ 'ਚ ਸੰਤ ਸਿੰਘ ਸੇਖੋਂ ਨੇ ਆਪਣੇ ਸੁਭਾਅ ਅਨੁਸਾਰ ਫੜ ਮਾਰਦੇ ਹੋਏ ਕਿਹਾ ਸੀ ਕਿ ਬਲਵੰਤ ਕੌਰਾਂ ਤੇ ਗੁਰਚਰਨ ਕੌਰਾਂ ਤਾਂ ਘਰ ਘਰ ਜੰਮਦੀਆਂ ਹਨ, ਪਰ ਗੁਰਦਿਆਲ ਸਿੰਘ ਤੇ ਸੰਤ ਸਿੰਘ ਸੇਖੋਂ ਵਰਗੇ ਵਿਰਲੇ ਹੀ ਜੰਮਦੇ ਹਨ। ਉਹਦਾ ਇਸ਼ਾਰਾ ਆਪਣੀ ਤੇ ਪ੍ਰੋਫੈਸਰ ਸਾਹਿਬ ਦੀ ਪਤਨੀ ਵੱਲ ਸੀ। ਪੰਜਾਬੀ ਸਾਹਿਤ ਤੇ ਬਾਬਾ ਬੋੜ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਉਹ ਬਲਵੰਤ ਕੌਰਾਂ ਵੀ ਵਿਰਲੀਆਂ ਹੀ ਜੰਮਦੀਆਂ ਹਨ, ਜਿਹੜੀਆਂ ਆਪਣੇ ਬੰਦੇ ਨੂੰ ਗੁਰਦਿਆਲ ਸਿੰਘ ਬਣਾ ਦਿੰਦੀਆਂ ਹਨ। ਇਹ ਗੱਲ ਤਾਂ ਗੁਰਦਿਆਲ ਸਿੰਘ ਆਪ ਮੰਨਦੇ ਹਨ ਕਿ ਜੇ ਕਿਤੇ ਕੋਈ ਪੜ੍ਹੀ ਲਿਖੀ ਟੱਕਰੀ ਹੁੰਦੀ ਤਾਂ ਉਹਨਾਂ ਦੀਆਂ ਇਹ ਪ੍ਰਾਪਤੀਆਂ ਨਹੀਂ ਹੋਣੀਆਂ ਸਨ। ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਮੇਰਾ ਸਿਰ ਉੱਚਾ ਕਰਨ ਲਈ ਇਹਨੇ ਆਪਣਾ ਸਿਰ ਨੀਵਾਂ ਕਰ ਲਿਆ ਸੀ। ਉਹਨਾਂ ਲਈ ਬਲਵੰਤ ਕੌਰ ਨੇ ਆਪਣੇ ਸੱਗੀ ਫੁੱਲ ਵੇਚ ਦਿੱਤੇ ਸਨ। ਅਸੀਂ ਨਵੇਂ ਸਾਹਿਤਿਕ ਖੇਤਰ 'ਚ ਕਦਮ ਰੱਖ ਰਹੇ ਸਾਂ ਤੇ ਸਾਨੂੰ ਉਹਨਾਂ ਦੀਆਂ ਗੱਲਾਂ ਬਹੁਤ ਸੁਆਦਲੀਆਂ ਲੱਗਦੀਆਂ। 8ਵੇਂ ਦਹਾਕੇ ਤੋਂ ਲਿਖੀ ਜਾਣ ਵਾਲੀ ਮਿੰਨੀ ਕਹਾਣੀ ਨੇ ਰੂਪ ਰਚਨਾ ਦੇ ਪੱਖ ਤੋਂ ਤਾਂ ਭਾਵੇਂ ਵਿਕਾਸ ਨਹੀਂ ਕੀਤਾ, ਪਰ ਇਸ 'ਤੇ ਕਲਮ ਘਸਾਈ ਕਰਨ ਵਾਲਿਆਂ ਦਾ ਕਾਫਲਾ ਕਾਫੀ ਤਕੜਾ ਹੋ ਗਿਆ। ਪਰ ਪ੍ਰੋਫੈਸਰ ਗੁਰਦਿਆਲ ਸਿੰਘ ਮਿੰਨੀ ਕਹਾਣੀ ਤੋਂ ਬਹੁਤ ਚਿੜਦੇ ਹਨ ਤੇ ਇਹਨੂੰ ਸਾਹਿਤ ਦੀ ਵਿਧਾ ਹੀ ਨਹੀਂ ਮੰਨਦੇ। ਜਦੋਂ ਪਹਿਲੀ ਵਾਰ ਇੱਕ ਵਿਦਿਆਰਥੀ ਨੇ ਮਿੰਨੀ ਕਹਾਣੀਆਂ ਦੀ PhD ਦੀ ਡਿਗਰੀ ਹਾਸਲ ਕੀਤੀ ਤਾਂ ਪ੍ਰੋਫੈਸਰ ਸਾਹਿਬ ਸਾਨੂੰ ਦੱਸਣ ਲੱਗੇ ਕਿ ਲਓ ਕਰ ਲਓ ਗੱਲ। ਫਿਰ ਇੱਕ ਸਿਰ ਫੇਰੇ ਨੇ ਮਿੰਨੀ ਕਹਾਣੀਆਂ ਤੇ PhD ਕਰ ਲਈ ਹੈ। ਇੱਕ ਦਿਨ ਪੰਜਾਬੀ ਕਹਾਣੀ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਬਲਦੇਵ ਸਿੰਘ ਧਾਲੀਵਾਲ ਦੀ ਕਹਾਣੀ ਕਾਰਗਿਲ ਬਹੁਤ ਵਧੀਆ ਕਹਾਣੀ ਹੈ, ਪਰ ਉਹ ਇੱਕ ਗਲਤੀ ਕਰ ਗਿਆ। ਰੇਲ ਗੱਡੀ ਦੇ ਮੂਹਰੇ ਉਹਨੇ ਭਾਫ ਇੰਜਨ ਜੋੜ ਦਿੱਤਾ ਹੈ। ਭਾਫ ਇੰਜਨ ਤਾਂ ਹੁਣ ਬੀਤੇ ਦਾ ਇਤਿਹਾਸ ਹੋ ਚੁੱਕੇ ਹਨ ਤੇ ਲੇਖਕ ਨੂੰ ਕਦੇ ਵੀ ਇਤਿਹਾਸ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਅਸੀਂ ਜੈਤੋਂ 'ਚ ਸਾਹਿਤ ਸਭਾ ਵੱਲੋਂ ਕੋਈ ਵੀ ਸਮਾਗਮ ਕਰਵਾਉਣਾ ਹੁੰਦਾ ਉਹਦੀ ਪ੍ਰਧਾਨਗੀ ਪ੍ਰੋਫੈਸਰ ਸਾਹਿਬ ਤੋਂ ਹੀ ਕਰਵਾਉਂਦੇ ਤੇ ਉਹਨਾਂ ਕਦੇ ਇਨਕਾਰ ਵੀ ਨਹੀਂ ਕੀਤਾ ਸੀ। ਨਿਸ਼ਚਿਤ ਸਮੇਂ 'ਤੇ ਉਹ ਆਪ ਹੀ ਪੈਦਲ ਮਾਰਚ ਕਰਦੇ ਪਹੁੰਚ ਜਾਂਦੇ। ਫਿਰ ਅਸੀਂ ਉਹਨਾਂ ਨੂੰ ਸਕੂਟਰ 'ਤੇ ਬਿਠਾ ਕੇ ਲਿਆਉਣ ਲੱਗ ਪਏ। ਸਿਹਤ ਹੋਰ ਕਮਜ਼ੋਰ ਹੋਈ ਤਾਂ ਉਹਨਾਂ ਨੂੰ ਅਸੀਂ ਕਾਰ 'ਤੇ ਲੈ ਆਉਂਦੇ, ਪਰ ਉਹ ਆਉਂਦੇ ਜ਼ਰੂਰ।
ਉਹਨਾਂ ਦੇ ਆਉਣ ਨਾਲ ਸਾਡੇ ਹੌਸਲੇ ਵੱਧ ਜਾਂਦੇ ਤੇ ਸਮਾਗਮ ਵਾਲੀ ਬਹਿ ਜਾ ਹੋ ਜਾਂਦੀ। ਉਹਨਾਂ ਦਾ ਪ੍ਰਧਾਨਗੀ ਭਾਸ਼ਣ ਬਹੁਤ ਹੀ ਵਿਦਵਤਾ ਭਰਪੂਰ ਤੇ ਰੌਚਕ ਹੁੰਦਾ। ਪਰ ਹੁਣ ਸਮਾਗਮ ਭਾਵੇਂ ਕਿਸੇ ਵੀ ਕਿਸਮ ਦਾ ਹੋਵੇ, ਪ੍ਰੋਫੈਸਰ ਸਾਹਿਬ ਦੇ ਪ੍ਰਧਾਨਗੀ ਭਾਸ਼ਣ ਦਾ ਵਿਸ਼ਾ ਪਿਛਲੇ 1.5 ਦਹਾਕੇ ਤੋਂ ਹਮੇਸ਼ਾ ਉਹੀ ਹੁੰਦਾ ਹੈ ਤੇ ਉਹਨਾਂ ਦਾ ਭਾਸ਼ਣ ਲੰਮਾ ਤੇ ਅਕਾਊ ਹੋ ਜਾਂਦਾ ਹੈ। ਸਰੋਤੇ ਉਬਾਸੀਆਂ ਲੈਣ ਲੱਗਦੇ ਹੈ, ਕਈ ਤਾਂ ਖਿਸਕ ਕੇ ਲੰਗਰ ਛਕਣ ਨੂੰ ਤਰਜੀਹ ਦੇਣ ਲੱਗਦੇ ਹੈ। ਇਸੇ ਤਰ੍ਹਾਂ ਦੇ ਇੱਕ ਸਮਾਗਮ ਦੌਰਾਨ ਜਦੋਂ ਅਖੀਰ ਤੇ ਪ੍ਰੋਫੈਸਰ ਸਾਹਿਬ ਦਾ ਭਾਸ਼ਣ ਜਾਰੀ ਸੀ ਤਾਂ ਸਾਹਿਤ ਸਭਾ ਕੋਟਕਪੂਰਾ ਦਾ ਇੱਕ ਮੈਂਬਰ ਮੈਨੂੰ ਹੱਸ ਕੇ ਕਹਿਣ ਲੱਗਾ ਕਿ ਜੇ ਤੁਸੀਂ ਜੈਤੋਂ ਵਾਲੇ ਇਸੇ ਤਰ੍ਹਾਂ ਪ੍ਰੋਫੈਸਰ ਸਾਹਿਬ ਤੋਂ ਬੋਰ ਕਰਵਾਉਂਦੇ ਰਹੇ ਤਾਂ ਅਸੀਂ ਤੁਹਾਡੇ ਪ੍ਰੋਗਰਾਮ 'ਤੇ ਨਹੀਂ ਆਇਆ ਕਰਨਾ। ਪਿਛਲੇ 1 ਦਹਾਕੇ ਤੋਂ ਤਾਂ ਪ੍ਰੋਫੈਸਰ ਸਾਹਿਬ ਬਹੁਤ ਹੀ ਨਿਰਾਸ਼ਾਵਾਦੀ ਹੋ ਗਏ ਹੈ। ਉਹਨਾਂ ਨੂੰ ਸਮਾਜ 'ਚ ਚਾਰੇ ਪਾਸੇ ਫੈਲਿਆ ਧੰਦੂਕਾਰਾ ਹੀ ਨਜ਼ਰ ਆ ਰਿਹਾ ਹੈ ਤੇ ਕਿਤੇ ਕੋਈ ਆਸ ਦੀ ਕਿਰਨ ਨਹੀਂ ਦਿਖਾਈ ਦੇ ਰਹੀ। ਵਿਗਿਆਨ ਟੈਕਨੋਲੋਜੀ 'ਚ ਬੇਮਿਸਾਲ ਉੱਨਤੀ ਹੋਣ ਦੇ ਬਾਵਜੂਦ ਗਰੀਬ ਲੋਕਾਂ ਦਾ ਹਾਲ ਬਹੁਤ ਮੰਦਾ ਹੈ। ਖੇਤੀ ਹੁਣ ਲਾਹੇਵੰਦਾ ਧੰਦਾ ਨਹੀਂ ਰਹੀ ਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਆਬਾਦੀ ਛੜੱਪੇ ਮਾਰਦੀ ਵੱਧ ਰਹੀ ਹੈ। ਬੇਰੁਜ਼ਗਾਰਾਂ ਦੀ ਲਾਈਨ ਹੋਰ ਵੀ ਲੰਮੀ ਹੋ ਗਈ ਹੈ। ਨੌਜਵਾਨ ਨਸ਼ਿਆਂ 'ਚ ਗਲਤਾਨ ਹੋ ਰਹੇ ਹਨ। ਹਰ ਪਾਸੇ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਬੇਈਮਾਨੀ ਦਾ ਬੋਲਬਾਲਾ ਹੈ। ਬੰਦਾ ਨਹੀਂ ਰਿਹਾ। ਫਿਰਕਾ ਪ੍ਰਸਤੀ ਦਾ ਦੈਂਤ ਮਾਨਵਤਾ ਨੂੰ ਨਿਗਲ ਰਿਹਾ ਹੈ। ਸਰਕਾਰਾਂ ਸੌਂ ਰਹੀਆਂ ਹਨ ਤੇ ਜਾਣਬੁੱਝ ਕੇ ਵੋਟ ਬੈਂਕ ਦੀ ਰਾਜਨੀਤੀ 'ਚ ਰੁੱਝੀਆਂ ਹੋਈਆਂ ਹਨ। ਸਾਰੇ ਪਾਸੇ ਕੂੜ ਹੀ ਨਜ਼ਰ ਆ ਰਿਹਾ ਹੈ। ਸੱਚ ਦਾ ਚੰਦਰਮਾ ਦਿਖਾਈ ਨਹੀਂ ਦੇ ਰਿਹਾ। ਤੇ ਅਖੀਰ ਤੇ ਪ੍ਰੋਫੈਸਰ ਸਾਹਿਬ ਆਪਣਾ ਭਾਸ਼ਣ ਕਬੀਰ ਦੇ ਦੋਹੇ ਨਾਲ ਖਤਮ ਕਰ ਦਿੰਦੇ ਹਨ। ਸੁਖੀਆ ਸਭ ਸੰਸਾਰ ਹੈ, ਖਾਵੇ ਔਰ ਸੋਵੇ, ਦੁਖੀਆ ਦਾਸ ਕਬੀਰ ਹੈ, ਜਾਗੇ ਔਰ ਰੋਵੇ। ਸਾਹਿਤ ਸਾਧਨਾ ਕਰਕੇ ਜਿੰਨਾ ਕੁਝ ਇਨਾਮ, ਸਨਮਾਨ, ਨੌਕਰੀਆਂ, ਅਹੁਦੇ, ਪਦਵੀਆਂ ਆਦਿ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਪ੍ਰਾਪਤ ਕੀਤਾ ਹੈ, ਉਨਾ ਕੁਝ ਪੰਜਾਬੀ ਦਾ ਕੋਈ ਹੋਰ ਲੇਖਕ ਨਹੀਂ ਪ੍ਰਾਪਤ ਕਰ ਸਕਿਆ। ਭਾਸ਼ਾ ਵਿਭਾਗ ਪੰਜਾਬ ਦੇ ਇਨਾਮ, ਸਾਹਿਤ ਅਕੈਡਮੀ ਅਵਾਰਡ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਗਿਆਨਪੀਠ ਅਵਾਰਡ, ਪਦਮ ਸ੍ਰੀ ਅਵਾਰਡ ਆਦਿ ਅਨੇਕਾਂ ਹੀ ਇਨਾਮ ਸਨਮਾਨ ਉਹਨੂੰ ਹਾਸਲ ਹੋ ਚੁੱਕੇ ਹਨ। ਉਹਨਾਂ ਨੂੰ ਮਿਲੇ ਰਾਜ ਪੱਧਰੀ, ਕੌਮੀ ਤੇ ਅੰਤਰਰਾਸ਼ਟਰੀ ਪੱਧਰ ਦੇ ਪੁਰਸਕਾਰਾਂ ਦੀ ਗਿਣਤੀ ਉਹਨਾਂ ਵੱਲੋਂ ਲਿਖੇ ਹੁਣ ਤੱਕ ਦੇ ਨਾਵਲਾਂ ਦੀ ਗਿਣਤੀ ਤੋਂ ਵੱਧ ਜਾਂਦੀ ਹੈ। ਨੋਬਲ ਇਨਾਮ ਵੀ ਜੇ ਦਿੱਲੀ ਦੁੱਲੀ 'ਚ ਮਿਲਦਾ ਹੁੰਦਾ ਤਾਂ ਹੁਣ ਤੱਕ ਉਹ ਵੀ ਉਹਨਾਂ ਨੂੰ ਮਿਲ ਜਾਣਾ ਸੀ। ਉਹਨਾਂ ਦੇ ਨਾਵਲਾਂ 'ਤੇ ਬਣੀਆਂ ਫਿਲਮਾਂ ਨੂੰ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਮਿਲ ਚੁੱਕੇ ਹਨ। ਸਾਹਿਤ ਦੀ ਜਿੰਨੀ ਖੱਟੀ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਖਾਧੀ ਹੈ, ਉਨੀ ਕੋਈ ਹੋਰ ਨਹੀਂ ਖਾ ਸਕਿਆ ਤੇ ਨਾ ਹੀ ਅੱਗੇ ਤੋਂ ਕਿਸੇ ਹੋਰ ਦੇ ਖਾ ਸਕਣ ਦੀ ਸੰਭਾਵਨਾ ਹੈ। ਇੰਨਾ ਕੁਝ ਮਿਲਣ ਦੇ ਬਾਵਜੂਦ ਵੀ ਪੰਜਾਬੀ ਦਾ ਵੱਡਾ ਲੇਖਕ ਆਪਣੀ ਨੌਕਰੀ ਸਮੇਂ ਸਵਾਰੀਆਂ ਨਾਲ ਤੁਸੀਆਂ ਗੱਡੀਆਂ ਬੱਸਾਂ 'ਚ ਹੀ ਧੱਕੇ ਖਾਂਦਾ ਰਿਹਾ। ਕਈ ਵਾਰ ਸੀਟ ਤੱਕ ਹੀ ਖੜਨ ਨੂੰ ਵੀ ਥਾਂ ਮੁਸ਼ਕਿਲ ਨਾਲ ਮਿਲਦੀ ਸੀ। ਉਸ ਸਮੇਂ ਕਦੇ ਕਿਸੇ ਸਵਾਰੀ ਨੇ ਤਾਂ ਕੀ, ਉਸ ਕੋਲ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਵੀ ਕਦੇ ਸੀਟ ਨਹੀਂ ਸੀ ਛੱਡੀ ਕਿ ਬਈ ਸਾਡਾ ਪੰਜਾਬੀ ਦਾ ਮਹਾਨ ਲੇਖਕ ਖੜਾ ਹੈ। ਆਪ ਤਾਂ ਗੁਰਦਿਆਲ ਸਿੰਘ ਨੇ ਸਾਹਿਤ ਸਿਰਜਣਾ ਕਰਕੇ ਮਾਨ ਸਨਮਾਨ, ਪੈਸਾ, ਪਦਵੀ ਆਦਿ ਪ੍ਰਾਪਤ ਕੀਤੇ ਹੀ ਹਨ। ਪਰ ਜੇ ਕੋਈ ਉਹਨਾਂ ਨੂੰ ਪੁੱਛੇ ਵੀ ਮੈਂ ਵੀ ਇਸ ਕੰਮ 'ਚ ਪੈਣਾ ਹੈ ਤਾਂ ਹੱਸ ਕੇ ਕਹਿਣਗੇ ਕੀ ਪਿਆ ਲੇਖਕ ਬਣਨ 'ਚ। ਭਾਈ ਲਾਲੋ ਦੀ ਕਿਰਤੀ ਸ਼੍ਰੇਣੀ 'ਚੋਂ ਹੋਣ ਕਰਕੇ ਗੁਰਦਿਆਲ ਸਿੰਘ ਦੇ ਵੱਡ ਵਡੇਰੇ ਕਿਰਤ ਕਰਕੇ ਹੀ ਜੀਵਨ ਨਿਰਬਾਹ ਕਰਦੇ ਸਨ। ਇਸੇ ਕਰਕੇ ਜਦੋਂ ਉਹਨਾਂ ਦੇ ਪਿਤਾ ਤੇ ਤਾਈ ਨੇ ਆਪਣਾ ਕੰਮ ਵੱਖ-ਵੱਖ ਕੀਤਾ ਤਾਂ ਪਿਤਾ ਨੇ ਉਹਨਾਂ ਨੂੰ ਪੜ੍ਹਨੋਂ ਹਟਾ ਕੇ ਆਪਣੇ ਕੰਮ 'ਤੇ ਲਾ ਲਿਆ। ਗੁਰਦਿਆਲ ਸਿੰਘ ਨੇ ਸਕੂਲੋਂ ਹਟ ਕੇ ਦਿਹਾੜੀਆਂ ਵੀ ਕੀਤੀਆਂ ਤੇ ਲੋਕਾਂ ਦੇ ਘਰੀਂ ਜਾ ਕੇ ਤਖਤੇ ਜੋੜੀਆਂ ਵੀ ਬਣਾਈਆਂ। ਉਹਨਾਂ ਨੂੰ ਘਰੇ ਵੀ ਤਰਖਾਣਾ ਲੁਹਾਰਾ ਕੰਮ ਕਰਨਾ ਪਿਆ। ਉਹਨਾਂ ਕੋਲ ਆਪਣੇ ਹੱਥੀਂ ਬਣਾਇਆ ਇੱਕ ਲੱਕੜ ਦਾ ਬਕਸਾ ਅੱਜ ਵੀ ਹੈ, ਜਿਸ ਵਿੱਚ ਉਹ ਆਪਣੇ ਘੱਟ ਜ਼ਰੂਰੀ ਕਾਗਜ਼, ਖਰੜੇ, ਚਿੱਠੀਆਂ, ਪੱਤਰ ਆਦਿ ਸੁੱਟ ਛੱਡਦੇ ਹਨ। ਉਹ ਆਪਣੇ ਚਾਚੇ, ਪਿਤਾ ਤੇ ਤਾਏ ਨਾਲ ਰਲ ਕੇ ਟੀਨ ਦੀਆਂ ਪਾਣੀ ਵਾਲੀਆਂ ਟੈਂਕੀਆਂ ਵੀ ਬਣਾਉਂਦੇ ਰਹੇ ਹਨ। ਇੱਕ ਵਾਰ ਉਹਨਾਂ ਇਕੱਲਿਆਂ ਹੀ ਪਾਣੀ ਵਾਲੀ ਟੈਂਕੀ ਬਣਾ ਦਿੱਤੀ ਸੀ, ਜਿਸ ਵਿੱਚ ਜੋੜਾਂ ਤੇ ਸਫੈਦਾ ਲਗਾਏ ਬਗੈਰ ਹੀ ਪਾਣੀ ਦੀ ਬੂੰਦ ਵੀ ਲੀਕ ਨਹੀਂ ਸੀ ਕਰਦੀ। ਉਹਨਾਂ ਦੀਆਂ ਬਣਾਈਆਂ ਇਹ ਪਾਣੀ ਵਾਲੀਆਂ ਟੈਂਕੀਆਂ ਦੂਰ ਰਾਜਸਥਾਨ ਤੱਕ ਮਸ਼ਹੂਰ ਸਨ। ਜਦੋਂ ਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਬਠਿੰਡਾ ਵਿਖੇ ਪੜ੍ਹਾਉਂਦੇ ਸੀ, ਉਹ ਕੋਟ ਦੀ ਸਿਲਾਈ ਲਈ ਬਠਿੰਡੇ ਦੇ ਪ੍ਰਸਿੱਧ ਦਰਜੀ ਕੋਲ ਮੇਚਾ ਦੇਣ ਗਏ। ਦਰਜੀ ਬਾਰ-ਬਾਰ ਉਹਨਾਂ ਦੀਆਂ ਬਾਹਾਂ ਦਾ ਨਾਪ ਲੈ ਰਿਹਾ ਸੀ। ਫਿਰ ਉਹ ਹੈਰਾਨੀ ਨਾਲ ਸੂਟਡ ਬੂਟਡ ਤੇ ਦਗਦੇ ਚਿਹਰੇ ਵਾਲੇ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਮੂੰਹ ਵੱਲ ਤੱਕਣ ਲੱਗਾ। ਪ੍ਰੋਫੈਸਰ ਸਾਹਿਬ ਵੀ ਗੱਲ ਤਾਂ ਸਮਝ ਗਏ ਪਰ ਮੁਸਕੜੀਆਂ ਹੱਸਦੇ ਹੋਏ ਚੁੱਪ ਰਹੇ। ਦਰਜੀ ਦਾ ਹੌਸਲਾ ਵੱਧ ਗਿਆ ਤੇ ਬੋਲ ਹੀ ਪਿਆ ਕਿ ਤੁਸੀਂ ਕਿਤੇ ਛੋਟੇ ਹੁੰਦੇ ਲੁਹਾਰਾ ਕੰਮ ਤਾਂ ਨਹੀਂ ਕਰਦੇ ਰਹੇ, ਕਿਉਂਕਿ ਤੁਹਾਡੀ ਸੱਜੀ ਬਾਂਹ ਖੱਬੀ ਬਾਂਹ ਨਾਲੋਂ 1 ਇੰਚ ਜ਼ਿਆਦਾ ਲੰਬੀ ਹੈ। ਉਹਨਾਂ ਦੇ ਵਿਰੋਧੀ ਤੇ ਆਲੋਚਕ ਤਾਂ ਇਹ ਵਿਅੰਗ ਵੀ ਕਰਦੇ ਹੈ ਕਿ ਜਿਵੇਂ ਉਹਨਾਂ ਦੀ ਸੱਜੀ ਤੇ ਖੱਬੀ ਬਾਂਹ 'ਚ ਫਰਕ ਹੈ, ਉਵੇਂ ਉਹਨਾਂ ਦੀਆਂ ਦਿੱਤੀਆਂ ਲਿਖਤਾਂ ਦੀ ਵਿਚਾਰਧਾਰਾ ਤਾਂ ਖੱਬੇ ਪੱਖੀਆਂ ਵਾਲੀਆਂ
ਪਰ ਆਮ ਜੀਵਨ 'ਚ ਉਹਨਾਂ ਦੀ ਸੋਚ ਸੱਜਿਆਂ ਨਾਲ ਮੇਲ ਖਾਂਦੀ ਹੈ। ਪੰਜਾਬੀ ਦਾ ਇੱਕ ਦੁਗਾਣਾ ਹੈ ਜਿਸ 'ਚ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ, ਐਬ ਤਾਂ ਇੱਕ ਮਾੜਾ ਵੇ ਤੂੰ, ਦੋ ਦੋ ਲਾਈ ਫਿਰਦਾ, ਇੱਕ ਦਾਰੂ ਦੂਜੀ ਤੀਵੀਂ ਵੇ। ਬਹੁਤੇ ਪੰਜਾਬੀ ਲੇਖਕਾਂ ਨੂੰ ਇਹ ਦੋ ਦੋ ਐਬ ਲੱਗੇ ਹੋਏ ਹਨ ਅਤੇ ਕਈਆਂ ਨੂੰ ਤਾਂ ਦੋ ਦੋ ਤੋਂ ਬਾਹਲੇ ਵੀ ਹੋ ਸਕਦੇ ਹਨ। ਪਰ ਗੁਰਦਿਆਲ ਸਿੰਘ ਅਜਿਹਾ ਲੇਖਕ ਹੈ ਜਿਨੇ ਲੇਖਕਾਂ ਬਾਰੇ ਬਣੀਆਂ ਅਜਿਹੀਆਂ ਧਾਰਨਾਵਾਂ ਨੂੰ ਤੋੜਿਆ। ਕਈ ਲੇਖਕ ਵੱਡੇ ਹੁੰਦੇ ਹਨ ਪਰ ਬੰਦੇ ਛੋਟੇ ਹੁੰਦੇ ਹਨ, ਅਤੇ ਜਦੋਂ ਕੋਈ ਪਾਠਕ ਅਜਿਹੇ ਲੇਖਕ ਨੂੰ ਮਿਲਦਾ ਹੈ ਉਹਨੂੰ ਨਿਰਾਸ਼ਾ ਹੁੰਦੀ ਹੈ। ਪਰ ਗੁਰਦਿਆਲ ਸਿੰਘ ਨੂੰ ਮਿਲ ਕੇ ਪਾਠਕ ਦੀ ਰੂਹ ਖੁਸ਼ ਹੋ ਜਾਂਦੀ ਹੈ। ਜਿੱਡਾ ਵੱਡਾ ਉਹ ਲੇਖਕ ਹੈ, ਬੰਦਾ ਵੀ ਓਡਾ ਹੀ ਵੱਡਾ ਹੈ। ਸ਼੍ਰੀ ਤਾਂ ਹਰ ਇੱਕ ਦੇ ਨਾਂ ਨਾਲ ਜੁੜ ਜਾਂਦਾ ਹੈ, ਪਰ ਪਦਮ ਸ਼੍ਰੀ ਵੱਡੇ ਬੰਦੇ ਦੇ ਨਾਂ ਦੇ ਮੂਹਰੇ ਜੁੜਿਆ ਹੀ ਸ਼ੋਭਦਾ ਹੈ। ਕਿਸੇ ਸਫਲ ਵਿਅਕਤੀ ਪ੍ਰਤੀ ਉਹਦੇ ਸਾਥੀਆਂ, ਸਹਿਯੋਗੀਆਂ ਅਤੇ ਉਹਦੇ ਖੇਤਰ ਨਾਲ ਸੰਬੰਧਿਤ ਵਿਅਕਤੀਆਂ ਨੂੰ ਈਰਖਾ ਤੇ ਸਾੜਾ ਹੋਣਾ ਕੁਦਰਤੀ ਵਰਤਾਰਾ ਹੈ, ਅਤੇ ਪ੍ਰੋਫੈਸਰ ਸਾਹਿਬ ਵੀ ਇਸ ਈਰਖਾ ਤੇ ਸਾੜੇ ਦੀ ਅੱਗ ਤੋਂ ਨਹੀਂ ਬਚ ਸਕੇ। ਉਹਨਾਂ 'ਤੇ ਵੀ ਅਨੇਕਾਂ ਦੂਸ਼ਣ ਲਾਏ ਗਏ ਹਨ। ਕਿਸੇ ਨੇ ਉਹਨਾਂ ਨੂੰ ਮਿਸਕਮੀਣਾ ਕਿਹਾ, ਕਿਸੇ ਨੇ ਖੁਸ਼ਾਮਦੀ, ਕਿਸੇ ਨੇ ਸਰਕਾਰੀਆ ਕਿਹਾ, ਕਿਸੇ ਨੇ ਜੁਗਾੜੀਆ ਕਿਹਾ। ਲਾਲਚੀ, ਧੋਖੇਬਾਜ਼, ਮੋਮੋ ਠੱਗਣਾ, ਗਰੀਬੜਾ, ਚਲਾਕ, ਮੱਕਾਰ, ਪੈਸੇ ਦਾ ਪੀਰ, ਅਭਿਮਾਨੀ, ਬਹਾਨੇਬਾਜ਼ ਆਦਿ ਅਨੇਕਾਂ ਘਟੀਆ ਵਿਸ਼ੇਸ਼ਣ ਉਹਨਾਂ ਦੇ ਨਾਂ ਨਾਲ ਵਿਰੋਧੀਆਂ ਨੇ ਜੋੜੇ ਹਨ। ਉਹਦੇ ਮਾਂ ਜਾਏ ਗੁਰਚਰਨ ਸਿੰਘ ਨੇ ਤਾਂ ਉਹਦੇ ਕਥਿਤ ਪਾਜ ਉਧੇੜ ਦਾ ਇੱਕ ਨਾਵਲ ਵੀ ਲੋਕ ਕਹਿਣ ਦਰਵੇਸ਼ ਪ੍ਰਕਾਸ਼ਿਤ ਕਰਵਾ ਦਿੱਤਾ ਸੀ। ਭਰਾ ਦੀ ਅਜਿਹੀ ਹਰਕਤ 'ਤੇ ਪ੍ਰੋਫੈਸਰ ਸਾਹਿਬ ਨੂੰ ਤਾਂ ਮਾਨਸਿਕ ਤਕਲੀਫ ਹੋਣੀ ਸੀ, ਉਹਦੇ ਪ੍ਰਸ਼ੰਸਕਾਂ ਦੇ ਹਿਰਦੇ ਵੀ ਵਿਲੁੰਦਰੇ ਗਏ ਸਨ। ਇੱਕ ਦਿਨ ਗੁਰਮੀਤ ਸਿੰਘ ਨੇ ਪ੍ਰੋਫੈਸਰ TR ਵਿਨੋਦ ਨੂੰ ਕਿਹਾ ਕਿ ਤੁਸੀਂ ਸਮਝਾਓ ਗੁਰਚਰਨ ਸਿੰਘ ਨੂੰ। ਪ੍ਰੋਫੈਸਰ TR ਵਿਨੋਦ ਨੇ ਗੁਰਮੀਤ ਸਿੰਘ ਦੇ ਮੋਢੇ 'ਤੇ ਹੱਥ ਰੱਖ ਕੇ ਭਰੇ ਮਨ ਨਾਲ ਕਿਹਾ ਕਿ ਜਿਹੜਾ ਕੁਝ ਗੁਰਦਿਆਲ ਸਿੰਘ ਲਿਖ ਗਿਆ ਹੈ ਇਹੀ ਰਹਿ ਜਾਣਾ ਹੈ, ਇਹਦੀ ਮਹਾਨਤਾ ਹੀ ਰਹਿਣੀ ਹੈ। ਗੁਰਚਰਨ ਦੇ ਲਾਏ ਦੋਸ਼ਾਂ ਨੂੰ ਕਿਹਨੇ ਯਾਦ ਰੱਖਣਾ ਹੈ? ਸ਼ਿਵ ਨੂੰ ਕੋਈ ਘਰੇ ਨਹੀਂ ਵਾੜਦਾ ਸੀ ਬਈ ਜਾਂ ਭੈਣ ਲੈ ਜੂ ਤੇ ਜਾਂ ਘਰ ਵਾਲੀ, ਪਰ ਲੋਕਾਂ ਦੇ ਮਨਾਂ 'ਚ ਉਹ ਆਪਣੀਆਂ ਕਵਿਤਾਵਾਂ ਕਰਕੇ ਅੱਜ ਵੀ ਜਿੰਦਾ ਹੈ। ਪ੍ਰੋਫੈਸਰ ਸਾਹਿਬ ਦੇ ਆਲੇ ਦੁਆਲੇ ਸਲੀਕੇ ਦਾ ਗਿਲਾਫ ਚੜ੍ਹਿਆ ਹੋਇਆ ਹੈ। ਉਹਨਾਂ ਦੇ ਹਰ ਕੰਮ ਤੇ ਹਰ ਅਦਾ 'ਚ ਸਲੀਕਾ ਹੈ। ਉਹ ਸਲੀਕੇ ਨਾਲ ਬੋਲਦੇ ਹਨ, ਸਲੀਕੇ ਨਾਲ ਹੱਸਦੇ ਹਨ, ਸਲੀਕੇ ਨਾਲ ਤੁਰਦੇ ਹਨ, ਸਲੀਕੇ ਨਾਲ ਕੱਪੜੇ ਪਾਉਂਦੇ ਹਨ, ਸਲੀਕੇ ਨਾਲ ਦਾੜ੍ਹੀ ਬੰਨ੍ਹਦੇ ਹਨ, ਸਲੀਕੇ ਨਾਲ ਪੱਗ ਬੰਨ੍ਹਦੇ ਹਨ। ਹੋਰ ਤਾਂ ਹੋਰ ਸਿਰ 'ਤੇ ਸਾਫੇ ਦੇ ਵਲੇਟੇ ਵੀ ਸਲੀਕੇ ਨਾਲ ਹੀ ਮਾਰਦੇ ਹਨ। ਉਹਨਾਂ ਦੇ ਕਮਰੇ 'ਚ ਹਰ ਪਾਸੇ ਹੀ ਸਲੀਕਾ ਹੈ। ਅਲਮਾਰੀਆਂ 'ਚ ਕਿਤਾਬਾਂ ਸਲੀਕੇ ਨਾਲ ਟਿਕਾਈਆਂ ਹੋਈਆਂ ਹਨ, ਜਿਵੇਂ ਉਹਨਾਂ ਨੂੰ ਕਦੇ ਛੇੜਿਆ ਹੀ ਨਾ ਗਿਆ ਹੋਵੇ। ਕਮਰੇ ਦੀ ਹਰ ਚੀਜ਼ ਆਪਣੀ ਥਾਂ ਸਿਰ ਪਈ ਦਿਖਾਈ ਦਿੰਦੀ ਹੈ। ਉਹਨਾਂ ਦੀ ਬੈੱਡ ਦੀ ਸਾਫ਼ ਸੁਥਰੀ ਚਾਦਰ 'ਤੇ ਦਾਗ ਤਾਂ ਕਿ ਇੱਕ ਵੱਟ ਵੀ ਨਹੀਂ ਦਿਖਾਈ ਦਿੰਦਾ। ਉਹ ਤਾਂ ਆਪਣੇ ਬੈਗ ਵਿੱਚ ਇੱਕ ਟਾਕੀ ਵੀ ਰੱਖਦੇ ਸਨ ਅਤੇ ਬੱਸ ਵਿੱਚ ਜੇ ਸੀਟ ਮਿਲ ਜਾਏ ਤਾਂ ਬੈਠਣ ਸਮੇਂ ਸੀਟ ਸਾਫ਼ ਕਰਕੇ ਬੈਠਦੇ ਸਨ। ਅਤੇ ਵਿਰੋਧੀ ਤਾਂ ਅੱਛਾਈ ਵਿੱਚ ਵੀ ਬੁਰਾਈ ਲੱਭ ਲੈਂਦੇ ਹਨ। ਇੱਕ ਦਿਨ ਪ੍ਰੋਫੈਸਰ ਦਿਲਾਵਰ ਸਿੰਘ ਪ੍ਰੋਫੈਸਰ ਸਾਹਿਬ ਦੇ ਜਵਾਈ ਜਲੌਰ ਸਿੰਘ ਖੀਵਾ ਨੂੰ ਕਹਿਣ ਲੱਗਿਆ ਕਿ ਤੇਰੇ ਸਹੁਰਾ ਸਾਹਿਬ ਦੇ ਬੈੱਡ ਦੀ ਚਾਦਰ ਤਾਂ ਬੜੀ ਸਾਫ਼ ਸੁਥਰੀ ਹੁੰਦੀ ਹੈ। ਅਤੇ ਜਲੌਰ ਸਿੰਘ ਹੈਰਾਨੀ ਨਾਲ ਦਿਲਾਵਰ ਸਿੰਘ ਦੇ ਮੂੰਹ ਵੱਲ ਵੇਖਣ ਲੱਗਿਆ ਕਿ ਉਹ ਕਿੱਥੋਂ ਬੋਲ ਰਿਹਾ ਅਤੇ ਕੀ ਕਹਿਣਾ ਚਾਹੁੰਦਾ ਹੈ। ਉਹਨੂੰ ਪੁੱਛੀ ਕਿ ਇਸ ਉੱਤੇ ਕਦੇ ਜਗਸੀਰ ਨੂੰ ਵੀ ਬੈਠਣ ਦਿੱਤਾ ਕਿ ਨਹੀਂ। ਉਹਨਾਂ ਨੂੰ ਸਾਹਿਤ ਅਕੈਡਮੀ ਇਨਾਮ ਮਿਲਣ ਤੋਂ ਪਹਿਲਾਂ ਸੰਤ ਸਿੰਘ ਸੇਖੋਂ ਜੱਟ ਹਉਮੈ ਕਰਕੇ ਨੇ ਉਹਨਾਂ ਦੀ ਕਦੇ ਤਾਰੀਫ ਨਹੀਂ ਕੀਤੀ ਸੀ, ਬਲਕਿ ਉਹ ਤਾਂ ਇਹ ਵੀ ਕਹਿ ਦਿੰਦਾ ਸੀ ਕਿ ਮੈਂ ਤਾਂ ਮੜੀ ਦਾ ਦੀਵਾ ਪੜ੍ਹਿਆ ਹੀ ਨਹੀਂ। ਮੰਡੀ 'ਚ ਰਹਿਣ ਵਾਲੇ ਬੰਦੇ ਨੂੰ ਪੰਜਾਬ ਦੇ ਪੇਂਡੂ ਜੀਵਨ ਦਾ ਕੀ ਪਤਾ ਹੈ। ਚੰਡੀਗੜ੍ਹ 'ਚ ਮੋਹਨ ਕਾਲੋਂ ਦੇ ਇੱਕ ਨਾਵਲ 'ਤੇ ਹੋਏ ਸਮਾਗਮ 'ਚ ਸੇਖੋਂ ਨੇ ਕਾਲੋਂ ਦੀ ਬਹੁਤੀ ਤਾਰੀਫ ਤਾਂ ਕਰ ਦਿੱਤੀ, ਪਰ ਜਦੋਂ ਸਮਾਰੋਹ ਖਤਮ ਹੋਣ ਤੋਂ ਬਾਅਦ ਮੋਹਨ ਕਾਲੋਂ ਕੋਲ ਦੀ ਲੰਘਿਆ ਤਾਂ ਹੱਸ ਕੇ ਕਹਿਣ ਲੱਗੇ ਕਿ ਹੁਣ ਇਹ ਵੀ ਮਰਿਆ ਹੀ ਲਓ, ਕਿਉਂਕਿ ਮੈਂ ਅੱਜ ਇਹਦੀ ਤਾਰੀਫ ਕੁਝ ਜ਼ਿਆਦਾ ਹੀ ਕਰ ਦਿੱਤੀ। ਅੱਗੇ ਕਮਲ ਦੀ ਕੀਤੀ ਸੀ ਨਾਵਲਕਾਰ ਵਜੋਂ, ਉਹਦੀ ਮੌਤ ਹੋ ਗਈ ਹੈ। ਕੋਲ ਬੈਠੇ ਪ੍ਰੋਫੈਸਰ ਗੁਰਦਿਆਲ ਸਿੰਘ ਤੁਰੰਤ ਬੋਲ ਪਏ ਕਿ ਇਸ ਤਰ੍ਹਾਂ ਮੈਂ ਤਾਂ ਫਿਰ ਬਚਿਆ ਹੀ ਰਹਾਂਗਾ। ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਚੋਟੀ 'ਤੇ ਪਹੁੰਚਾਉਣ ਤੱਕ ਪ੍ਰੋਫੈਸਰ ਅਤਰ ਸਿੰਘ ਅਤੇ ਪ੍ਰੋਫੈਸਰ ਜੋਗਿੰਦਰ ਸਿੰਘ ਰਾਹੀ ਅਤੇ ਹਿੰਦੀ ਵਾਲੇ ਨਾਮਵਰ ਸਿੰਘ ਦਾ ਵਿਸ਼ੇਸ਼ ਯੋਗਦਾਨ ਮੰਨਿਆ ਜਾਂਦਾ ਹੈ। ਪੰਜਾਬੀ ਦੇ ਹਰ ਸਥਾਪਤ ਲੇਖਕ ਨੇ ਆਪਣੇ ਨਾਲ ਇੱਕ ਆਲੋਚਕ ਜੋੜ ਰੱਖਿਆ ਹੁੰਦਾ ਹੈ, ਜੋ ਸਿਰਫ ਉਸ ਲੇਖਕ ਦੇ ਹੀ ਸੋਹਲੇ ਗਾਉਂਦਾ ਹੈ, ਅਤੇ ਲੇਖਕ ਦੀ ਸਥਾਪਨਾ ਦੇ ਨਾਲ ਫਿਰ ਆਲੋਚਕ ਦੀ ਵੀ ਸਥਾਪਨਾ ਹੋ ਜਾਂਦੀ ਹੈ। ਹੋਰ ਹਲਕੇ ਫੁਲਕੇ 'ਚ ਕਹਿਣਾ ਹੋਵੇ ਤਾਂ ਲੇਖਕ ਅਤੇ ਆਲੋਚਕ ਦੀ ਜੋੜੀ ਅੰਨੇ ਅਤੇ ਲੰਗੜੇ ਦੀ ਜੋੜੀ ਵਾਂਗ ਕੰਮ ਕਰਦੀ ਹੈ, ਜਿਸ 'ਚ ਲੇਖਕ ਅੰਨਾ ਅਤੇ ਆਲੋਚਕ ਲੰਗੜਾ ਹੁੰਦਾ ਹੈ। ਪ੍ਰੋਫੈਸਰ TR ਵਿਨੋਦ ਨੇ ਸਾਰੀ ਉਮਰ ਗੁਰਦਿਆਲ ਸਿੰਘ ਦੇ ਹੀ ਸੋਹਲੇ ਗਾਏ ਹਨ।
ਉਹ ਅਕਸਰ ਹੀ ਕਹਿ ਦਿੰਦਾ ਸੀ ਕਿ ਮੈਂ ਤਾਂ ਨਵੇਂ ਲੇਖਕਾਂ ਨੂੰ ਪੜ੍ਹਦਾ ਹੀ ਨਹੀਂ। ਬਰਨਾਲੇ ਵਾਲੇ ਨਾਵਲਕਾਰ ਰੂਪ ਸਿੰਘ, ਰਾਮ ਸਰੂਪ ਅਣਖੀ ਤੇ ਓਮ ਪ੍ਰਕਾਸ਼ ਗਾਸੋ ਨੂੰ ਹਮੇਸ਼ਾ ਹੀ ਗਿਲਾ ਰਿਹਾ ਕਿ ਅਸੀਂ ਵੀ ਗੁਰਦਿਆਲ ਸਿੰਘ ਦੇ ਬਰੋਬਰ ਦੇ ਨਾਵਲਕਾਰ ਹਾਂ, ਪਰ ਵਿਨੋਦ ਸਾਡੇ ਇਲਾਕੇ ਦਾ ਨਾਂ ਹੋ ਕੇ ਸਾਨੂੰ ਗੌਲਦਾ ਹੀ ਨਹੀਂ। ਡਾਕਟਰ ਵਿਨੋਦ ਬੋਲਣ ਲੱਗਿਆਂ ਸ਼ਬਦ ਨੂੰ ਕਰੋੜ ਕਰੋੜ ਕੇ ਤਿੰਗ ਤਿੰਗ ਕੇ ਬੋਲਦਾ ਸੀ। ਉਹ ਗੁਰਦਿਆਲ ਨੂੰ ਗੁਰੂ ਦਿਆਲ ਬੋਲਦਾ ਸੀ ਤੇ ਸੱਚਮੁੱਚ ਹੀ ਗੁਰਦਿਆਲ ਸਿੰਘ ਤੇ ਗੁਰੂ ਦਿਆਲ ਸੀ, ਤਾਂ ਹੀ ਤਾਂ ਉਹ ਇੱਕ ਲੇਖਕ ਹੋ ਕੇ ਵੀ ਇੰਨਾ ਮਾਨ ਸਨਮਾਨ, ਰੁਤਬੇ, ਪਦਵੀਆਂ ਤੇ ਪ੍ਰਸਿੱਧੀ ਹਾਸਲ ਕਰ ਗਿਆ ਤੇ ਲੇਖਕ ਵੀ ਉਸ ਬੋਲੀ ਦਾ ਜਿਸ ਬਾਰੇ ਫਿਰੋਜ਼ਦੀਨ ਸ਼ਰਫ ਕਹਿ ਗਿਆ ਕਿ ਪੁੱਛੀ ਜਿਨ੍ਹਾਂ ਨੇ ਸ਼ਰਫ ਨਾ ਬਾਤ ਮੇਰੀ, ਵੇ ਮੈਂ ਬੋਲੀ ਹੈਗੀ ਆ ਉਹਨਾਂ ਪੰਜਾਬੀਆਂ ਦੀ। ਕਈ ਸਮਕਾਲੀ ਲੇਖਕਾਂ ਦੇ ਭਰਾ ਨੇ ਵੀ ਉਹਨਾਂ ਤੇ ਚਿੱਕੜ ਸੁੱਟਣ ਦੀ ਕੋਸ਼ਿਸ਼ ਕੀਤੀ ਸੀ, ਪਰ ਚਿੱਕੜ 'ਚ ਉੱਗੇ ਕਮਲ ਫੁੱਲ ਵਾਂਗੂ ਉਹ ਇਸ ਚਿੱਕੜ 'ਚ ਵੀ ਨਿਰਲੇਪ ਹੀ ਰਹੇ। ਵੈਸੇ ਉਹਨਾਂ ਤੇ ਲੱਗੇ ਦੋਸ਼ ਕੁਝ ਹੱਦ ਤੱਕ ਸਹੀ ਵੀ ਹੋ ਸਕਦੇ ਹਨ, ਕਿਉਂਕਿ ਉਹ ਵੀ ਤਾਂ ਇੱਕ ਮਨੁੱਖ ਹਨ ਤੇ ਉਹਨਾਂ ਕਦੇ ਦੇਵਤਾ ਹੋਣ ਦਾ ਦਾਅਵਾ ਵੀ ਤਾਂ ਨਹੀਂ ਕੀਤਾ। ਉਂਝ ਉਹਨਾਂ ਦੇ ਵਿਰੋਧੀ ਵੀ ਉਹਨਾਂ ਦੀ ਸਿਆਣਪ ਤੇ ਸੰਜੀਦਗੀ ਦਾ ਲੋਹਾ ਮੰਨਦੇ ਹਨ। ਉਹ ਹਰ ਇੱਕ ਨੂੰ ਨੇਕ ਸਲਾਹ ਹੀ ਦਿੰਦੇ ਹਨ ਤੇ ਸਲਾਹ ਲੈਣ ਵਾਲਾ ਉਹਨਾਂ ਦੀ ਦਿੱਤੀ ਸਲਾਹ ਤੇ ਅਮਲ ਵੀ ਕਰਦਾ ਹੈ। ਪ੍ਰੋਫੈਸਰ ਜਗਦੀਪ ਸਿੰਘ ਜਦੋਂ ਰੀਜਨਲ ਸੈਂਟਰ ਬਠਿੰਡਾ ਵਿਖੇ ਐਮਫਿਲ ਕਰਦਾ ਸੀ ਤਾਂ ਉਹਦਾ ਜੱਟਾਂ ਦੀ ਕੁੜੀ ਨਾਲ ਇਸ਼ਕ ਚੱਕਰ ਚੱਲ ਪਿਆ ਤੇ ਭਾਵੁਕਤਾ ਦੇ ਵਹਿਣਾਂ 'ਚ ਇੰਨਾ ਵਹਿ ਗਏ ਕਿ ਵਿਆਹ ਕਰਵਾਉਣ ਦੇ ਮਨਸੂਬੇ ਬਣਾਉਣ ਲੱਗੇ। ਇਸ ਵਿਸ਼ੇ ਤੇ ਰਾਏ ਲੈਣ ਉਹ ਇੱਕ ਦਿਨ ਪ੍ਰੋਫੈਸਰ ਸਾਹਿਬ ਦੇ ਚੁਬਾਰੇ ਜਾ ਚੜਿਆ ਤੇ ਜਦੋਂ 2.5-3 ਘੰਟਿਆਂ ਬਾਅਦ ਉਹ ਚੁਬਾਰੇ 'ਚੋਂ ਉਤਰ ਕੇ ਗਲੀ 'ਚ ਆਇਆ ਤਾਂ ਮਿਸਤਰੀਆਂ ਦੇ ਮੁੰਡੇ ਦਾ ਜੱਟਾਂ ਦੀ ਕੁੜੀ ਨਾਲ ਵਿਆਹ ਕਰਾਉਣ ਵਾਲਾ ਫਤੂਰ ਉਹਦੇ ਮਨ 'ਚੋਂ ਨਿਕਲ ਗਿਆ ਸੀ। ਪ੍ਰੋਫੈਸਰ ਸਾਹਿਬ ਨੇ ਉਦਾਹਰਨਾਂ ਦੇ ਕੇ ਉਹਦਾ ਬ੍ਰੇਨ ਵਾਸ਼ ਕਰ ਦਿੱਤਾ ਸੀ। ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਉਹਨਾਂ ਦੀ ਵਾਰਤਕ ਨਾਲੋਂ ਵੱਧ ਰੌਚਕ ਤੇ ਕੀਮਤੀ ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਣਨ ਤੇ ਸਮਝਣ ਵਾਸਤੇ ਤੁਹਾਡੇ ਕੋਲ ਸਮਾਂ ਤੇ ਸਟੈਮਿਨਾ ਚਾਹੀਦਾ ਹੈ। ਪ੍ਰੋਫੈਸਰ ਸਾਹਿਬ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮੁੱਦਈ ਹਨ। ਜਦੋਂ ਪੰਜਾਬ ਦੇ ਸਕੂਲਾਂ 'ਚ ਪਹਿਲੀ ਤੋਂ ਅੰਗਰੇਜ਼ੀ ਲਾਗੂ ਕੀਤੀ ਗਈ ਤਾਂ ਇਸ ਫੈਸਲੇ ਦੇ ਵਿਰੋਧ ਤੇ ਹੱਕ ਵਿੱਚ ਉਦੋਂ ਬੜਾ ਵਾਵ ਰੌਲਾ ਉੱਠਿਆ ਸੀ ਤੇ ਪ੍ਰੋਫੈਸਰ ਸਾਹਿਬ ਨੇ ਸਕੂਲਾਂ 'ਚ ਪਹਿਲੀ ਤੋਂ ਅੰਗਰੇਜ਼ੀ ਲਾਗੂ ਕਰਨ ਦੇ ਫੈਸਲੇ ਖਿਲਾਫ ਖੁੱਲ੍ਹੇ ਮੋਰਚੇ 'ਚ ਮੋਹਰੀ ਰੋਲ ਨਿਭਾਇਆ ਸੀ। ਪ੍ਰੋਫੈਸਰ ਸਾਹਿਬ ਇਹ ਗੱਲ ਭਲੀ ਭਾਂਤ ਜਾਣਦੇ ਸਨ ਕਿ ਪਹਿਲੀ ਤੋਂ ਹੀ ਬੱਚੇ ਨੂੰ ਮਾਤ ਭਾਸ਼ਾ ਦੀ ਸਿੱਖਿਆ ਨਾ ਦੇ ਕੇ ਦੂਜੀਆਂ ਭਾਸ਼ਾਵਾਂ ਜਿਵੇਂ ਅੰਗਰੇਜ਼ੀ ਜਾਂ ਹਿੰਦੀ 'ਚ ਸਿੱਖਿਆ ਦੇਣਾ ਬੱਚੇ ਦੇ ਮਾਨਸਿਕ ਵਾਧੇ, ਵਿਕਾਸ ਤੇ ਮਾਂ ਬੋਲੀ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ। ਕਿਉਂਕਿ ਪ੍ਰੋਫੈਸਰ ਸਾਹਿਬ ਦੇ ਦੋਵੇਂ ਪੋਤੇ ਹਿੰਦੀ ਅੰਗਰੇਜ਼ੀ ਸਕੂਲ 'ਚ ਪੜ੍ਹੇ ਹੋਣ ਕਾਰਨ 10ਵੀਂ ਤੱਕ ਪੰਜਾਬੀ ਪੜ੍ਹਨ ਤੋਂ ਅਸਮਰਥ ਸਨ। ਉਹਨਾਂ ਦੇ ਲਿਖੇ ਨਾਵਲ ਤਾਂ ਉਹਨਾਂ ਕੀ ਪੜ੍ਹੇ ਹੋਣੇ ਹੈ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦੇ ਬਾਬੇ ਨੇ ਕਿਹੜੇ ਨਾਵਲ ਲਿਖੇ ਸਨ। ਸੋ ਉਹਨਾਂ ਨੇ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਪੰਜਾਬੀ ਅਖਬਾਰਾਂ 'ਚ ਇਸ ਫੈਸਲੇ ਦੇ ਖਿਲਾਫ ਧੜਾ ਧੜ ਲੇਖ ਲਿਖ ਕੇ ਛਪਵਾਏ। ਜਦੋਂ ਫੋਨ ਨਹੀਂ ਹੁੰਦੇ ਸੀ ਤਾਂ ਪ੍ਰੋਫੈਸਰ ਸਾਹਿਬ ਚਿੱਠੀਆਂ ਬਹੁਤ ਲਿਖਦੇ ਹੁੰਦੇ ਸੀ। ਚਿੱਠੀਆਂ ਨਾਲ ਉਹ ਆਪਣੇ ਸਾਹਿਤਿਕ ਦੋਸਤਾਂ, ਮਿੱਤਰਾਂ, ਸਾਹਿਤਕਾਰਾਂ, ਆਲੋਚਕਾਂ ਤੇ ਪ੍ਰਕਾਸ਼ਕਾਂ ਨਾਲ ਹਮੇਸ਼ਾ ਹੀ ਸੰਪਰਕ 'ਚ ਰਹਿੰਦੇ ਸਨ, ਪਰ ਚਿੱਠੀ ਲਿਖ ਕੇ ਪਤਾ ਅਕਸਰ ਹੀ ਗਲਤ ਲਿਖ ਜਾਂਦੇ ਸਨ। ਗੁਰਬਚਨ ਸਿੰਘ ਭੁੱਲਰ ਲਿਖਦਾ ਹੈ ਕਿ ਉਹਦੇ ਘਰ ਦਾ ਪਤਾ A17/2 ਹੁੰਦਾ ਸੀ ਤਾਂ ਗੁਰਦਿਆਲ ਸਿੰਘ ਨੇ ਕਦੇ ਵੀ A17 ਤੇ 2 ਦਾ ਸਹੀ ਜੁੱਟ ਨਹੀਂ ਬਣਾਇਆ। ਉਹ ਹਮੇਸ਼ਾ ਹੀ ਗਲਤ ਪਤਾ ਲਿਖਦੇ ਰਹੇ। ਇੱਕ ਵਾਰ ਉਹਨਾਂ ਗੁਰਮੀਤ ਸਿੰਘ ਕੋਟਕਪੂਰਾ ਨੂੰ ਚਿੱਠੀ ਲਿਖੀ ਕਿ ਖੱਤ ਪੜ੍ਹਨ ਸਰ ਜੈਤੋਂ ਆ ਜਾ, ਪਰ ਪਤਾ ਲਿਖਣ ਵੇਲੇ ਕੋਟਕਪੂਰੇ ਦੀ ਥਾਂ ਜੈਤੋਂ ਲਿਖ ਦਿੱਤਾ ਸੀ। ਚਿੱਠੀਆਂ ਉਹ ਹਮੇਸ਼ਾ ਹੀ ਕੁਝ ਸਤਰਾਂ ਦੀਆਂ ਲਿਖਦੇ ਸੀ ਤੇ ਕੰਮ ਦੀ ਗੱਲ ਹੀ ਲਿਖਦੇ ਸੀ ਤੇ ਚਿੱਠੀ 'ਚ ਆਮ ਤੌਰ ਤੇ ਕਿਸੇ ਨੂੰ ਕੰਮ ਹੀ ਕਿਹਾ ਗਿਆ ਹੁੰਦਾ ਸੀ ਤੇ ਜੈਤੋਂ ਦੇ ਰਿਟਾਇਰਡ IAS ਅਫਸਰ ਜੰਗ ਬਹਾਦਰ ਗੋਇਲ, ਜਿਨ੍ਹਾਂ ਨੇ ਸੰਸਾਰ ਪ੍ਰਸਿੱਧ ਨਾਵਲਾਂ ਨੂੰ ਪੰਜਾਬੀ ਇੱਕ ਵੱਖਰੇ ਅੰਦਾਜ਼ 'ਚ ਪੇਸ਼ ਕਰਕੇ ਆਪਣਾ ਨਾਂ ਬਣਾਇਆ ਹੈ, ਅਕਸਰ ਹੀ ਕਿਹਾ ਕਰਦੇ ਸਨ ਕਿ ਗੁਰਦਿਆਲ ਸਿੰਘ ਦੀ ਚਿੱਠੀ ਤਾਂ ਡਿਮਾਂਡ ਨੋਟਿਸ ਹੀ ਹੁੰਦੀ ਹੈ। ਪ੍ਰੋਫੈਸਰ ਸਾਹਿਬ ਜਦੋਂ ਬਰਜਿੰਦਰਾ ਕਾਲਜ ਫਰੀਦਕੋਟ 'ਚ ਪੜ੍ਹਾਉਂਦੇ ਸਨ ਤਾਂ ਉਹਨਾਂ ਬਾਰੇ ਇੱਕ ਟੋਟਕਾ ਬੜਾ ਪ੍ਰਚਲਿਤ ਸੀ। ਉਹ ਜੈਤੋਂ ਤੋਂ ਫਰੀਦਕੋਟ ਰੇਲ ਗੱਡੀ 'ਤੇ ਹੀ ਆਉਂਦੇ ਜਾਂਦੇ ਸੀ। ਗੱਡੀ ਕਾਲਜ ਲੱਗਣ ਤੋਂ ਬਾਅਦ ਪਹੁੰਚਦੀ ਸੀ ਤੇ ਆਉਂਦੀ ਪਹਿਲਾਂ ਸੀ। ਕਿਸੇ ਨੇ ਪ੍ਰਿੰਸੀਪਲ ਕੋਲ ਚੁਗਲੀ ਕਰ ਦਿੱਤੀ ਤੇ ਉਹ ਪ੍ਰੋਫੈਸਰ ਸਾਹਿਬ ਨੂੰ ਦਫ਼ਤਰ ਸੱਦ ਕੇ ਕਹਿਣ ਲੱਗੇ ਕਿ ਮੈਨੂੰ ਪਤਾ ਲੱਗਿਆ ਕਿ ਤੁਸੀਂ ਕਾਲਜ ਦੇਰੀ ਨਾਲ ਆਉਂਦੇ ਹੋ। ਪ੍ਰੋਫੈਸਰ ਸਾਹਿਬ ਹੱਸ ਕੇ ਕਹਿੰਦੇ ਕਿ ਹਾਂ, ਮੈਂ ਦੇਰੀ ਨਾਲ ਆਉਂਦਾ, ਪਰ ਜਾਂਦਾ ਵੀ ਤਾਂ ਪਹਿਲਾਂ। ਪ੍ਰੋਫੈਸਰ ਗੁਰਦਿਆਲ ਸਿੰਘ ਸ਼ਬਦ ਘਾੜਾ ਹੈ। ਉਹਨੇ ਮਲਵਈ ਸ਼ਬਦਾਂ ਨੂੰ ਤਰਾਸ਼ ਕੇ ਵਰਤਿਆ ਹੈ। ਉਹਦੇ ਸ਼ਬਦ ਵਾਕਾਂ 'ਚ ਇਸ ਤਰ੍ਹਾਂ ਬੀੜੇ ਹੁੰਦੇ ਹੈ ਜਿਵੇਂ ਨਿਪੁੰਨ ਰਾਜਗੀਰ ਕੰਧ ਕੱਢਣ ਲੱਗਿਆਂ ਇੱਟਾਂ ਚਿਣ ਦਿੰਦਾ ਹੈ। ਮਾਹਰ ਤਰਖਾਣ ਦੁਆਰਾ ਘੜੀ ਗੁੱਲੀ ਜਿਵੇਂ ਰੇਤੇ 'ਚ ਵੀ ਦਣ ਪੈ ਜਾਂਦੀ ਹੈ, ਉਸੇ ਤਰ੍ਹਾਂ ਗੁਰਦਿਆਲ ਸਿੰਘ ਵੱਲੋਂ ਵਰਤੇ ਸ਼ਬਦ ਵਾਕਾਂ 'ਚ ਦਣ ਪੈਂਦੇ ਹਨ। ਪਰ ਪਹਿਲਾਂ ਉਹਦੇ ਠੇਠ ਮਲਵਈ ਸ਼ਬਦਾਂ ਦੀ ਵਰਤੋਂ ਕਰਨ ਦਾ ਵਿਰੋਧ ਵੀ ਬੜਾ ਹੋਇਆ ਸੀ ਤੇ ਕਿਹਾ ਗਿਆ ਸੀ ਕਿ ਸਾਹਿਤਕ ਭਾਸ਼ਾ ਵਿੱਚ ਮਲਵਈ ਸ਼ਬਦਾਂ ਦਾ ਖੋਟ
ਰਲਾ ਰਿਹਾ ਹੈ। ਉਹਦੇ ਨਾਵਲਾਂ ਨੂੰ ਪਹਿਲਾਂ ਮਲਵਈ ਭਾਸ਼ਾ ਦੇ ਆਂਚਲਿਕ ਨਾਵਲ ਕਿਹਾ ਗਿਆ, ਪਰ ਹੌਲੀ ਹੌਲੀ ਜਸਵੰਤ ਸਿੰਘ ਕੰਵਲ ਤੇ ਰਾਮ ਸਰੂਪ ਅਣਖੀ ਜਿਹੇ ਸਮਰੱਥ ਨਾਵਲਕਾਰਾਂ ਵੱਲੋਂ ਮਲਵਈ ਬੋਲੀ ਕੀਤੀ ਵਰਤੋਂ ਕਰਕੇ ਮਾਝੀ ਨੂੰ ਪਿੱਛੇ ਛੱਡ ਕੇ ਮਲਵਈ ਬੋਲੀ ਨੇ ਕੇਂਦਰੀ ਪੰਜਾਬੀ ਦਾ ਰੁਤਬਾ ਹਾਸਲ ਕਰ ਲਿਆ ਤੇ ਅਖੌਤੀ ਆਲੋਚਕਾਂ ਦੇ ਮੂੰਹ ਆਪਣੇ ਆਪ ਹੀ ਬੰਦ ਹੋ ਗਏ ਤੇ ਗੁਰਦਿਆਲ ਸਿੰਘ ਆਪਣੀਆਂ ਖੜ ਸੋਕੜ ਉਹਨਾਂ ਦੇ ਆਪਣੇ ਲਿਖਣ ਅਨੁਸਾਰ ਟੰਗਾਂ ਨਾਲ ਟੋਏ ਟਿੱਬੇ ਪਾਰ ਕਰਦਾ ਗਿਆ। ਗੁਰਦਿਆਲ ਸਿੰਘ ਦੇ ਗੁਰੂ ਨੇ ਉਹਨਾਂ ਨੂੰ 4 ਸਿੱਖਿਆਵਾਂ ਦਿੱਤੀਆਂ ਸਨ, ਜਿਹੜੀਆਂ ਉਹਨਾਂ ਨੇ ਸਾਰੀ ਉਮਰ ਲਈ ਪੱਲੇ ਬੰਨੀਆਂ ਹੋਈਆਂ ਸਨ। ਪਹਿਲੀ ਸਿੱਖਿਆ ਸੀ ਸ਼ਰਾਬ ਨਹੀਂ ਪੀਣੀ। ਉਹ ਇੰਗਲੈਂਡ, ਜਰਮਨ, ਰੂਸ, ਅਮਰੀਕਾ, ਕੈਨੇਡਾ ਆਦਿ ਦੇਸ਼ਾਂ 'ਚ ਘੁੰਮ ਆਏ ਹਨ ਜਿੱਥੇ ਸ਼ਰਾਬ ਦੇ ਦਰਿਆ ਵਗਦੇ ਹਨ, ਪਰ ਉਹਨਾਂ ਨੇ ਕਦੀ ਬਰਾਂਡੀ ਦਾ ਚਮਚਾ ਵੀ ਨਹੀਂ ਸੀ ਪੀਤਾ। ਦੂਜੀ ਸਿੱਖਿਆ ਸੀ ਕਦੇ ਜੂਆ ਨਹੀਂ ਖੇਡਣਾ। ਉਹਨਾਂ ਜੂਆ ਤਾਂ ਕੀ ਖੇਡਣਾ ਸੀ, ਕਦੇ ਲਾਟਰੀ ਦੀ ਟਿਕਟ ਵੀ ਨਹੀਂ ਖਰੀਦੀ। ਤੀਜੀ ਸੀ ਜਿਸ ਵੀ ਅਹੁਦੇ 'ਤੇ ਕੰਮ ਕਰੋ ਆਪਣੀ ਨਜ਼ਰ ਹਮੇਸ਼ਾ ਉਸ ਤੋਂ ਉੱਪਰਲੇ ਅਹੁਦੇ 'ਤੇ ਰੱਖੋ। ਨਜ਼ਰ ਉੱਚੀ ਰੱਖਦੇ ਹੋਏ ਉਹ ਪ੍ਰਾਇਮਰੀ ਸਕੂਲ ਮਾਸਟਰੀ ਤੋਂ ਤਰੱਕੀ ਕਰਦੇ ਕਰਦੇ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਗੁਰੂ ਦੁਆਰਾ ਦਿੱਤੀ ਚੌਥੀ ਸਿੱਖਿਆ ਦੀ ਵੀ ਉਹਨਾਂ ਸਾਰੀ ਉਮਰ ਲਈ ਪਾਲਣਾ ਕੀਤੀ। ਚੌਥੀ ਸਿੱਖਿਆ ਕੀ ਹੋ ਸਕਦੀ ਹੈ, ਇਹ ਮੈਂ ਪਾਠਕਾਂ 'ਤੇ ਛੱਡ ਰਿਹਾ। ਚੰਦ ਦੀ ਸਤ੍ਹਾ ਤੇ ਦਾਗਾਂ ਵਾਂਗ ਪ੍ਰੋਫੈਸਰ ਸਾਹਿਬ ਦੀ ਸ਼ਖਸੀਅਤ ਤੇ ਦਾਗ ਵੀ ਉਹਨਾਂ ਦੀਆਂ ਮਨੁੱਖੀ ਕਮਜ਼ੋਰੀਆਂ ਕਰਕੇ ਹਨ। ਸਭ ਤੋਂ ਵੱਡੀ ਕਮਜ਼ੋਰੀ ਉਹਨਾਂ ਦੀ ਇਹ ਰਹੀ ਹੈ ਕਿ ਉਹ ਸਮਾਜਿਕ ਰਿਸ਼ਤੇ ਪਾਲਣ 'ਚ ਅਵੇਸਲੇ ਰਹੇ ਹਨ। ਉਹਨਾਂ ਦੇ ਆਪਣੇ ਹੀ ਉਹਨਾਂ ਦੇ ਵਿਰੋਧੀ ਬਣੇ ਹਨ। ਉਹ ਡਾਕਟਰ ਕੇਸਰ ਸਿੰਘ, ਜੋਗਾ ਸਿੰਘ ਤੇ ਆਪਣੇ ਇੱਕ ਕੁੜਮ ਦੀਆਂ ਅੰਤਿਮ ਰਸਮਾਂ 'ਤੇ ਵੀ ਨਹੀਂ ਸੀ ਗਏ। ਗੁਰਮੀਤ ਸਿੰਘ ਦੀ ਪਤਨੀ ਨੂੰ ਉਹਨਾਂ ਨੇ ਧਰਮ ਦੀ ਭੈਣ ਮੰਨਿਆ ਹੋਇਆ ਹੈ। ਉਹਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਹੋਣ 'ਤੇ ਉਹ ਦੁੱਖ ਵੰਡਾਉਣ ਨਹੀਂ ਗਏ, ਪਰ ਇੱਕ ਛੋਟੀ ਜਿਹੀ ਚਿੱਠੀ ਲਿਖ ਦਿੱਤੀ। ਮੈਥੋਂ ਦੁਖੀ ਲੋਕਾਂ ਕੋਲ ਖੜੋਤਾ ਨਹੀਂ ਜਾਂਦਾ, ਜੋ ਦੁੱਖ ਦੇਖਣ 'ਚ ਮੇਰੇ ਸੁਭਾਅ ਦੀ ਉਲਟ ਗੱਲ ਲੱਗਦੀ ਹੈ। ਆਪ ਦੁੱਖ ਝੱਲਣ ਦੀ ਚੋਖੀ ਤਾਕਤ ਹੈ, ਪਰ ਦੂਜੇ ਦਾ ਦੁੱਖ ਵੰਡਾ ਸਕਣ ਦੀ ਨਾ ਜਾਚ ਹੈ ਨਾ ਸਮਰੱਥਾ। ਮੈਨੂੰ ਕਈ ਵਾਰ ਤਜਰਬਾ ਹੋਇਆ ਕਿ ਕਿਸੇ ਦਾ ਦੁੱਖ ਵੰਡਾਉਣ ਲਈ ਜਿੰਨੇ ਚੰਗੇ ਸ਼ਬਦ ਮੈਂ ਲਿਖ ਸਕਦਾ ਉਦੋਂ 10 ਗੁਣਾ ਘੱਟ ਚੰਗੇ ਵੀ ਮੈਂ ਜ਼ਬਾਨੀ ਨਹੀਂ ਆਖ ਸਕਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰੋਫੈਸਰ ਸਾਹਿਬ ਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਅਨੇਕਾਂ ਸਾਹਿਤਿਕ ਤੇ ਸਮਾਜਿਕ ਸਮਾਗਮਾਂ 'ਚ ਜਾਣ ਤੋਂ ਖੁੰਝ ਜਾਂਦੇ ਆ, ਪਰ ਵਿਰੋਧੀਆਂ ਨੂੰ ਇਹ ਪ੍ਰਚਾਰ ਕਰਨ ਦਾ ਅਵਸਰ ਮਿਲ ਗਿਆ ਕਿ ਪ੍ਰੋਫੈਸਰ ਗੁਰਦਿਆਲ ਸਿੰਘ ਤਾਂ ਉੱਥੇ ਜਾਂਦੇ ਆ ਜਿੱਥੇ ਮਾਨ ਸਨਮਾਨ ਹੋਣਾ ਹੋਵੇ ਜਾਂ ਪੈਸੇ ਮਿਲਣੇ ਹੋਣ, ਨਹੀਂ ਤਾਂ ਉਹਨਾਂ ਕੋਲ ਬਿਮਾਰੀ ਦਾ ਪੱਕਾ ਬਹਾਨਾ ਤਾਂ ਮੌਜੂਦ ਹੁੰਦਾ ਹੀ ਹੈ। ਪ੍ਰੋਫੈਸਰ ਪ੍ਰੀਤਮ ਸਿੰਘ ਦਾ ਪਟਿਆਲੇ ਸਨਮਾਨ ਸਮਾਰੋਹ ਸੀ ਤੇ ਪ੍ਰਬੰਧਕ ਚਾਹੁੰਦੇ ਸੀ ਕਿ ਏਡੇ ਵੱਡੇ ਬੰਦੇ ਦਾ ਸਨਮਾਨ ਸਮਾਰੋਹ ਹੈ, ਇਸ ਵਿੱਚ ਗੁਰਦਿਆਲ ਸਿੰਘ ਜਿਹੇ ਵੱਡੇ ਬੰਦੇ ਦੀ ਸ਼ਮੂਲੀਅਤ ਹੋਣੀ ਵੀ ਬਹੁਤ ਜ਼ਰੂਰੀ ਸੀ, ਪਰ ਉਹਨਾਂ ਨੂੰ ਧੁੜਕੂ ਵੀ ਸੀ। ਇਸ ਕਰਕੇ ਪ੍ਰੋਫੈਸਰ ਦਲੀਪ ਕੌਰ ਟਿਵਾਣਾ ਨੇ ਆਪਣੇ ਸ਼ਾਗਿਰਦ ਪ੍ਰੋਫੈਸਰ ਸਾਹਿਬ ਦੇ ਜਵਾਈ ਪ੍ਰੋਫੈਸਰ ਜਲੌਰ ਸਿੰਘ ਖੀਵਾ ਦੀ ਡਿਊਟੀ ਲਾਈ ਕਿ ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਇਸ ਸਮਾਗਮ ਦੇ ਜ਼ਰੂਰ ਲੈ ਕੇ ਆਉਣਾ ਹੈ, ਭਾਵੇਂ ਉਹਨੂੰ ਜਵਾਈਆਂ ਵਾਲੇ ਹੱਥ ਕੰਡੇ ਕਿਉਂ ਨਾ ਵਰਤਣੇ ਪੈਣ। ਸਰਕਾਰੀ ਕਾਲਜਾਂ 'ਚ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਨਿਯੁਕਤੀ ਕਰਵਾਉਣ 'ਚ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਹੱਥ ਸੀ। ਚੁਣੇ ਗਏ ਲੈਕਚਰਾਰਾਂ ਦੀ ਪਹਿਲੀ ਸੂਚੀ ਵਿੱਚੋਂ ਪ੍ਰੋਫੈਸਰ ਗੁਰਦਿਆਲ ਸਿੰਘ ਦਾ ਨਾਂ ਗਾਇਬ ਸੀ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਉਹਨਾਂ ਦੇ ਹੱਕ 'ਚ ਆਵਾਜ਼ ਉਠਾਈ ਸੀ ਕਿ ਜਿਸ ਲੇਖਕ ਦੇ ਨਾਵਲ ਮੜੀ ਦਾ ਦੀਵਾ ਵਿੱਚੋਂ ਅਸੀਂ ਸਵਾਲ ਪੁੱਛ ਰਹੇ ਹਾਂ ਉਹਨੂੰ ਤਾਂ ਚੁਣਿਆ ਹੀ ਨਹੀਂ ਗਿਆ। ਸੋ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਸਮਾਗਮ 'ਤੇ ਜਾਣਾ ਹੀ ਸੀ ਤੇ ਗਏ। ਪ੍ਰੋਫੈਸਰ ਸਾਹਿਬ ਨੂੰ ਮਾਈਕ 'ਤੇ ਸੱਦਾ ਦਿੰਦਿਆਂ ਡਾਕਟਰ ਦਲੀਪ ਕੌਰ ਟਿਵਾਣਾ ਨੇ ਕਿਹਾ, ਹੁਣ ਮੈਂ ਅਜਿਹੀ ਸ਼ਖਸੀਅਤ ਨੂੰ ਬੁਲਾ ਰਹੀ ਹਾਂ ਜਿਹੜੀ ਅਕਸਰ ਹੀ ਸੱਦੇ 'ਤੇ ਬਿਮਾਰ ਹੁੰਦੀ ਹੈ, ਪਰ ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਉਹ ਤੰਦਰੁਸਤ ਹੈ ਤੇ ਸਾਡੇ 'ਚ ਬਿਰਾਜਮਾਨ ਹੈ ਤੇ ਤੁਸੀਂ ਸਾਰੇ ਸਮਝ ਹੀ ਗਏ ਹੋਗੇ, ਉਹ ਹਨ ਪ੍ਰੋਫੈਸਰ ਗੁਰਦਿਆਲ ਸਿੰਘ। ਪ੍ਰੋਫੈਸਰ ਸਾਹਿਬ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਬਿਮਾਰੀ ਨੂੰ ਵੀ ਕੈਸ਼ ਕੀਤਾ ਹੈ, ਸਾਰਾ ਕੁਝ ਤਰਸ ਦਾ ਪਾਤਰ ਬਣ ਕੇ ਹੀ ਪ੍ਰਾਪਤ ਕੀਤਾ ਹੈ। ਕਿਸੇ ਤੋਂ ਕੰਮ ਕਰਵਾਉਣਾ ਹੋਵੇ ਤਾਂ ਸਿਰਫ 2 ਲਾਈਨਾਂ ਲਿਖ ਦਿੰਦੇ ਹਨ ਕਿ ਮੈਂ ਬਿਮਾਰ ਹਾਂ, ਤੁਸੀਂ ਇਹ ਕੰਮ ਕਰ ਦੇਣਾ। ਆਪਣੀ ਬਿਮਾਰੀ ਨੂੰ ਵਧਾ ਚੜ੍ਹਾ ਕੇ ਦੱਸਦੇ ਹਨ। ਇੱਕ ਵਾਰ ਪ੍ਰੋਫੈਸਰ ਰੁਲੀਆ ਸਿੰਘ ਉਹਨਾਂ ਨਾਲ ਫੋਨ 'ਤੇ ਗੱਲ ਕਰ ਰਹੇ ਸਨ ਤੇ ਆਪਣੇ ਕਿਸੇ ਰਿਸ਼ਤੇਦਾਰ ਦੀ ਲੱਤ ਕੱਟੀ ਜਾਣ ਦਾ ਜ਼ਿਕਰ ਕੀਤਾ। ਪ੍ਰੋਫੈਸਰ ਗੁਰਦਿਆਲ ਸਿੰਘ ਕਹਿਣ ਲੱਗੇ, ਕੋਈ ਖਾਸ ਚਿੰਤਾ ਵਾਲੀ ਗੱਲ ਨਹੀਂ, ਅੱਜ ਕੱਲ੍ਹ ਤਾਂ ਬਨੌਟੀ ਲੱਤ ਲਾ ਦਿੰਦੇ ਹਨ ਤੇ ਬਿਲਕੁਲ ਹੀ ਪਤਾ ਨਹੀਂ ਚੱਲਦਾ, ਅਸਲੀ ਲੱਤ ਵਰਗੀ ਲੱਗਦੀ ਹੈ। ਫਿਰ ਜਦੋਂ ਰੁਲੀਆ ਸਿੰਘ ਨੇ ਉਹਨਾਂ ਦੀ ਸਿਹਤ ਦਾ ਹਾਲ ਪੁੱਛਿਆ, ਕਹਿਣ ਲੱਗੇ, ਮੇਰਾ ਹਾਲ ਤਾਂ ਬਹੁਤ ਹੀ ਮਾੜਾ ਹੈ, ਲੂਜ਼ ਮੋਸ਼ਨ ਲੱਗੇ ਹੋਏ ਹਨ। ਇੱਕ ਵਾਰ ਬਰਨਾਲੇ ਵਾਲੇ ਸਾਹਿਤਕਾਰ ਜੋਗਿੰਦਰ ਸਿੰਘ ਨਿਰਾਲਾ, ਪ੍ਰੀਤਮ ਸਿੰਘ ਰਾਹੀ ਤੇ ਜਗਤਾਰ ਉਹਨਾਂ ਦਾ ਪਤਾ ਲੈਣ ਜੈਤੋ ਆਏ ਤਾਂ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਆਪਣੀ ਬਿਮਾਰੀ ਨੂੰ ਵੱਡੀ ਦਰਸਾਉਣ ਲਈ ਉਹਨਾਂ ਨੂੰ ਦੱਸਿਆ ਕਿ ਮੇਰਾ ਤਾਂ 1.5 ਕਿਲੋ ਭਾਰ ਘਟ ਗਿਆ। ਜਗਤਾਰ ਨੇ ਵੀ ਬਨੌਟੀ ਹੈਰਾਨੀ ਪ੍ਰਗਟਾਉਂਦੇ ਹੋਏ ਕਿ ਅੱਛਾ ਜੀ, ਤੇ ਫਿਰ ਪਿੱਛੇ ਤਾਂ ਰਿਹਾ ਹੀ ਕੁਛ ਨਹੀਂ। ਪ੍ਰੋਫੈਸਰ ਸਾਹਿਬ ਮੌਤ ਤੋਂ ਬਹੁਤ ਡਰਦੇ ਹਨ। ਵੈਸੇ ਤਾਂ ਮੌਤ ਤੋਂ ਹਰ ਕੋਈ ਡਰਦਾ ਹੈ,
ਪਰ ਬਚਪਨ ਤੋਂ ਹੀ ਮੌਤ ਉਹਨਾਂ ਦੇ ਦਰਵਾਜ਼ੇ 'ਤੇ ਦਸਤਕ ਦਿੰਦੀ ਰਹੀ ਹੈ। 1.5 ਸਾਲ ਦੀ ਉਮਰ 'ਚ ਹੀ ਉਹਨਾਂ ਨੂੰ ਸੋਕੜੇ ਦੀ ਬਿਮਾਰੀ ਹੋ ਗਈ ਸੀ ਅਤੇ ਉਹਨਾਂ ਵੇਲਿਆਂ 'ਚ ਕੋਈ ਵਿਰਲਾ ਟਾਵਾਂ ਜਵਾਕ ਸੀ ਇਸ ਬਿਮਾਰੀ ਦੇ ਫੰਦੇ 'ਚੋਂ ਨਿਕਲਦਾ। ਕਿਸੇ ਸਾਧ ਸੰਤ ਦੇ ਦੱਸੇ ਅਨੁਸਾਰ ਉਹਨਾਂ ਨੂੰ ਮਰੇ ਹੋਏ ਕਾਲੇ ਨਾਗ ਉੱਤੇ ਬਿਠਾ ਕੇ 7 ਖੂਹਾਂ ਦੇ ਪਾਣੀ ਨਾਲ ਨਵਾਇਆ ਗਿਆ ਸੀ ਅਤੇ ਉਹ ਫਿਰ ਠੀਕ ਹੋਏ ਸੀ। ਜਵਾਨੀ 'ਚ ਕਦਮ ਰੱਖਣ 'ਤੇ ਤਪਦਿਕ ਦੀ ਬਿਮਾਰੀ ਦਾ ਭੈ ਚਿੰਬੜ ਗਿਆ ਸੀ ਅਤੇ ਉਹਨਾਂ ਨੂੰ ਪਹਾੜੀ ਸਥਾਨ ਕਸੌਲੀ 'ਚ ਕੁਝ ਸਮਾਂ ਬਿਤਾਉਣਾ ਪਿਆ ਅਤੇ ਰੋਟੀ ਪਾਣੀ ਦਾ ਖਰਚਾ ਤੋਰਨ ਲਈ ਉੱਥੇ ਹੀ ਆਪਣੇ ਸੰਦ ਸੰਦੇੜਿਆਂ ਨਾਲ ਦਿਹਾੜੀਆਂ ਕਰਨੀਆਂ ਪਈਆਂ। ਬਿਮਾਰੀ ਅਤੇ ਮੌਤ ਦਾ ਭੈ ਉਹਨਾਂ ਨੂੰ ਹਮੇਸ਼ਾ ਹੀ ਬਣਿਆ ਰਿਹਾ ਹੈ। ਇੱਕ ਵਾਰ ਉਹਨਾਂ ਦੀ ਜੀਭ 'ਤੇ ਇੱਕ ਛਾਲਾ ਜਿਹਾ ਬਣ ਗਿਆ ਤਾਂ ਉਹਨਾਂ ਨੂੰ ਇਹ ਵਹਿਮ ਹੋ ਗਿਆ ਕਿ ਉਹਨਾਂ ਨੂੰ ਕੈਂਸਰ ਹੋ ਗਿਆ, ਕਿਉਂਕਿ ਨਵਤੇਜ ਸਿੰਘ ਪ੍ਰੀਤਲੜੀ ਦੀ ਜੀਭ 'ਤੇ ਵੀ ਛਾਲਾ ਹੀ ਹੋਇਆ ਸੀ ਜੋ ਕੈਂਸਰ ਸੀ ਅਤੇ ਬਾਅਦ 'ਚ ਉਹਦੀ ਜੀਭ ਕੱਟਣੀ ਪਈ ਸੀ। ਇਸੇ ਤਰ੍ਹਾਂ ਇੱਕ ਵਾਰ ਉਹਨਾਂ ਨੂੰ ਵਹਿਮ ਹੋ ਗਿਆ ਕਿ ਉਹਨਾਂ ਨੂੰ ਦਿਲ ਦੀ ਬਿਮਾਰੀ ਹੋ ਗਈ ਹੈ ਅਤੇ ਗੁਰਮੀਤ ਸਿੰਘ ਤੇ ਆਪਣੇ ਬੇਟੇ ਨੂੰ ਨਾਲ ਲੈ ਕੇ ਤੁਰੰਤ ਰਜਿੰਦਰਾ ਹਸਪਤਾਲ ਪਟਿਆਲੇ ਨੂੰ ਭੱਜੇ। ਡਾਕਟਰਾਂ ਨੇ ਦਾਖਲ ਕਰਕੇ ਜਨਰਲ ਵਾਰਡ 'ਚ ਭੇਜ ਦਿੱਤਾ ਅਤੇ ਟੈਸਟ ਸ਼ੁਰੂ ਕਰ ਦਿੱਤੇ। ਮੈਡਮ ਦਲੀਪ ਕੌਰ ਟਿਵਾਣਾ ਹੋਰਾਂ ਨੂੰ ਪਤਾ ਲੱਗਾ, ਉਹ ਤੁਰੰਤ ਹਸਪਤਾਲ ਪਹੁੰਚੇ ਅਤੇ ਉਹਨਾਂ ਨੂੰ ਜਨਰਲ ਵਾਰਡ 'ਚ ਪਏ ਵੇਖ ਕੇ ਡਾਕਟਰਾਂ ਨੂੰ ਝਾੜਾ ਪਾਉਣ ਲੱਗੇ ਕਿ ਤੁਹਾਨੂੰ ਪਤਾ ਨਹੀਂ ਇਹ ਸਾਡਾ ਪੰਜਾਬੀ ਸਾਹਿਤ ਦਾ ਗੋਰਕੀ ਹੈ। ਡਾਕਟਰਾਂ ਨੇ ਉਹਨਾਂ ਨੂੰ 13 ਨੰਬਰ ਕਮਰਾ ਅਲਾਟ ਕਰ ਦਿੱਤਾ ਅਤੇ ਟੈਸਟ ਕਰਦੇ ਰਹੇ। ਟੈਸਟਾਂ ਅਨੁਸਾਰ ਤਾਂ ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਕੋਈ ਦਿਲ ਦੀ ਬਿਮਾਰੀ ਨਹੀਂ ਸੀ, ਪਰ ਉਹਨਾਂ ਦੀ ਤਸੱਲੀ ਨਾ ਹੋਈ ਅਤੇ ਗੁਰਮੀਤ ਸਿੰਘ ਨੂੰ ਕਹਿਣ ਲੱਗੇ ਕਿ ਹੁਣ ਡਾਕਟਰ ਚਟਾਨੀ ਨੂੰ ਵੀ ਚੰਡੀਗੜ੍ਹ ਵਿਖਾ ਹੀ ਆਈ। ਭੇਤੀ ਗੁਰਮੀਤ ਸਿੰਘ ਤਾਂ ਪਹਿਲਾਂ ਹੀ ਜਾਣਦਾ ਸੀ ਕਿ ਉਹਨਾਂ ਨੂੰ ਕੋਈ ਬਮੂਰੀ ਨਹੀਂ ਹੈ, ਵਹਿਮ ਦਾ ਢਿੱਡ ਹੈ। ਪ੍ਰੋਫੈਸਰ ਸਾਹਿਬ ਤੁਸੀਂ ਭਾਵੇਂ ਚਟਾਨੀ ਦੇ ਪਿਓ ਨੂੰ ਵਿਖਾਓ, ਮੈਂ ਤਾਂ ਚੱਲਿਆ ਵਾਪਸ। ਕਹਿ ਉਹ ਤਾਂ ਕੋਟਕਪੂਰੇ ਦੀ ਬੱਸ ਚੜ੍ਹ ਆਇਆ ਅਤੇ ਉਹ ਦੋਵੇਂ ਪਿਓ ਪੁੱਤ ਚੰਡੀਗੜ੍ਹ ਦੀ ਬੱਸ ਚੜ੍ਹ ਗਏ। ਬਾਅਦ 'ਚ ਗੁਰਮੀਤ ਸਿੰਘ ਦੂਜਿਆਂ ਕੋਲ ਸਪਸ਼ਟੀਕਰਨ ਦੇ ਰਿਹਾ ਸੀ ਕਿ ਪ੍ਰੋਫੈਸਰ ਸਾਹਿਬ ਨੂੰ ਕੋਈ ਬਿਮਾਰੀ ਨਹੀਂ ਹੈ, ਪਰ ਇਹ ਬਿਮਾਰੀ 'ਚ ਵੀ ਸੁਆਦ ਭਾਲਦੇ ਹੈ। ਆਪਣੇ ਵੱਡੇ ਲੇਖਕੀ ਕੱਦ ਸਦਕਾ, ਬਿਮਾਰੀ ਸਦਕਾ ਜਾਂ ਵਧੇਰੇ ਜ਼ਰੂਰੀ ਰੁਝੇਵਿਆਂ ਸਦਕਾ ਉਹ ਆਪਣੀਆਂ ਰਿਸ਼ਤੇਦਾਰੀਆਂ ਪ੍ਰਤੀ ਬਣਦੇ ਫਰਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਨਿਭਾ ਸਕੇ। ਉਹਨਾਂ ਦੀ ਇੱਕ ਕੁੜਮਣੀ ਆਪਣੇ ਮੁੰਡੇ ਨੂੰ ਨਹੋਰੇ ਨਾਲ ਕਹਿਣ ਲੱਗੀ ਕਿ ਭਾਈ ਤੇਰਾ ਸਹੁਰਾ ਤਾਂ ਬਾਹਲਾ ਹੀ ਕੁਲੱਕੜ ਹੈ। ਕੋਲ ਬੈਠਾ ਮੁੰਡੇ ਦਾ ਪਿਓ ਬੋਲਿਆ ਕਿ ਨਹੀਂ, ਉਹਨੂੰ ਨਾਵਲ ਲਿਖਣ ਦਾ ਹੰਕਾਰ ਹੈ। ਨਾਵਲ ਕੀ ਹੈ? ਆਹ ਜੋ ਸਾਰਾ ਕੁਝ ਆਪਣੇ ਆਸੇ-ਪਾਸੇ ਹੋ ਰਿਹਾ ਇਹ ਨਾਵਲ ਹੀ ਤਾਂ ਹੈ। ਆਪਾਂ ਸਾਰੇ ਵੀ ਤਾਂ ਨਾਵਲ ਦੇ ਪਾਤਰ ਹਾਂ। ਇਹ ਲਿਖਣਾ ਕੀ ਔਖਾ ਹੈ, ਜੋ ਵੇਖਿਆ ਲਿਖ ਦਿੱਤਾ। ਔਖੀ ਤਾਂ ਛੰਦਾਬੰਦੀ ਹੁੰਦੀ ਹੈ, ਉਹ ਆਪ ਛੰਦਾਬੰਦੀ ਕਰਦਾ ਸੀ। ਇਸੇ ਕੁੜਮ ਦੇ ਭੋਗ 'ਤੇ ਪ੍ਰੋਫੈਸਰ ਸਾਹਿਬ ਨਹੀਂ ਜਾ ਸਕੇ ਸਨ। ਪ੍ਰੋਫੈਸਰ ਗੁਰਦਿਆਲ ਸਿੰਘ ਦੇ ਕੁੜਮਾਂ ਨੂੰ ਸਾਰੀ ਉਮਰ ਗਿਲਾ ਹੀ ਰਿਹਾ ਕਿ ਉਹ ਵੱਡਾ ਨਾਵਲਕਾਰ ਧੀਆਂ ਵਿਆਹ ਕੇ ਹੀ ਆਪਣੇ ਆਪ ਨੂੰ ਸੁਰਖਰੂ ਸਮਝਣ ਲੱਗ ਪਿਆ ਤਾਂ ਭੁੱਲ ਗਿਆ ਕਿ ਧੀਆਂ ਤਾਂ ਮਰੀਆਂ ਪਈਆਂ ਵੀ ਮਾਪਿਆਂ ਨੂੰ ਉਡੀਕਦੀਆਂ ਰਹਿੰਦੀਆਂ। ਮਾਪਿਆਂ ਵੱਲੋਂ ਲਿਆਂਦੇ ਕੱਪੜੇ ਤੇ ਕਫਨ ਪਾ ਕੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ। ਇੱਕ ਦਿਨ ਕਾਲਜ ਦਾ ਪ੍ਰਿੰਸੀਪਲ ਪ੍ਰੋਫੈਸਰ ਜਲੌਰ ਸਿੰਘ ਖੀਵਾ ਨੂੰ ਕਹਿਣ ਲੱਗਾ ਕਿ ਤੂੰ ਤਾਂ ਯਾਰ ਖੱਟ ਗਿਆ, ਐਡੇ ਵੱਡੇ ਲੇਖਕ ਨਾਲ ਰਿਸ਼ਤੇਦਾਰੀ ਪੈ ਗਈ ਹੈ। ਪ੍ਰੋਫੈਸਰ ਖੀਵਾ ਤਾਂ ਚੁੱਪ ਰਿਹਾ, ਪਰ ਕੋਲ ਖੜੇ ਪ੍ਰੋਫੈਸਰ ਦਿਲਾਵਰ ਸਿੰਘ ਨੇ ਟਿੱਪਣੀ ਕਰ ਦਿੱਤੀ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਕੌਣ ਖੱਟ ਗਿਆ। ਇੱਕ ਵੇਰਾ ਪ੍ਰੋਫੈਸਰ ਸਾਹਿਬ ਦੀ ਨੂੰਹ ਪ੍ਰੋਫੈਸਰ ਜਲੌਰ ਸਿੰਘ ਖੀਵਾ ਕੋਲ ਅੱਖਾਂ ਭਰ ਆਈ ਅਤੇ ਰੋਸੇ ਨਾਲ ਬੋਲੀ, ਵੀਰਾ ਕਿਹੋ ਜਿਹੇ ਸਹੁਰੇ ਭਾਲਤੇ ਮੈਨੂੰ। ਭੈਣੇ ਜਿਹੋ ਜਿਹੇ ਮੇਰੇ ਸਨ ਉਹੋ ਜਿਹੇ ਤੈਨੂੰ ਭਾਲਤੇ। ਹੱਸਦਿਆਂ ਹੋਇਆਂ ਜਲੌਰ ਸਿੰਘ ਨੇ ਕਹਿ ਤਾ, ਪਰ ਉਹਦੀਆਂ ਅੱਖਾਂ 'ਚ ਵੀ ਪਾਣੀ ਸਿਮ ਆਇਆ ਸੀ। ਰਿਸ਼ਤੇਦਾਰੀਆਂ ਨਿਭਾਉਣ 'ਚ ਭੁੱਲਾਂ ਪ੍ਰੋਫੈਸਰ ਸਾਹਿਬ ਤੇ ਉਹਨਾਂ ਦੇ ਕਾਮਰੇਡ ਟਾਈਪ ਪੁੱਤ ਤੱਕ ਕਰ ਬੈਠੇ ਸਨ, ਪਰ ਹੁਣ ਉਹਨਾਂ ਦੇ ਪੋਤੇ ਆਪਣੀ ਮੰਮੀ ਨਾਲ ਮਿਲ ਕੇ ਸਭ ਰਿਸ਼ਤੇਦਾਰਾਂ ਦੇ ਗਿਲੇ ਸ਼ਿਕਵੇ ਦੂਰ ਕਰਨ 'ਚ ਲੱਗੇ ਹੋਏ ਹਨ। ਜੇ ਪ੍ਰੋਫੈਸਰ ਸਾਹਿਬ ਦੇ ਕੁਝ ਆਪਣੇ ਬੇਗਾਨੇ ਬਣੇ ਹਨ ਤਾਂ ਉਹਨਾਂ ਨੇ ਅਨੇਕਾਂ ਬੇਗਾਨਿਆਂ ਨੂੰ ਵੀ ਆਪਣੇ ਬਣਾਇਆ ਹੈ। ਸਾਡੀ ਸਾਹਿਤ ਸਭਾ ਜੈਤੋ ਦਾ ਸਭ ਤੋਂ ਛੋਟੀ ਉਮਰ ਦਾ ਮੈਂਬਰ ਤੇ ਪ੍ਰਤਿਭਾਸ਼ਾਲੀ ਨੌਜਵਾਨ ਮਰਹੂਮ ਪ੍ਰੋਫੈਸਰ ਰੁਪਿੰਦਰ ਮਾਨ ਉਹਨਾਂ ਨੂੰ ਆਪਣਾ ਪਿਤਾ ਸਮਝਦਾ ਸੀ। ਉਹਨਾਂ ਦੇ ਗੁਆਂਢ ਰਹਿੰਦੀ ਮੁਕਤਸਰ ਦੀ ਅਧਿਆਪਕ ਜੋੜੀ ਮੋਹਨ ਸਿੰਘ ਤੇ ਹਰਿੰਦਰ ਕੌਰ ਜਦੋਂ ਡਿਊਟੀ 'ਤੇ ਚਲੀ ਜਾਂਦੀ ਤਾਂ ਆਪਣੇ ਸਾਲਕੂ ਦੇ ਬੇਟੇ ਪ੍ਰੋਫੈਸਰ ਅਮਨਦੀਪ ਸਿੰਘ ਅਸਿਸਟੈਂਟ ਪ੍ਰੋਫੈਸਰ ਇਤਿਹਾਸ ਗੁਰੂ ਕਾਸ਼ੀ ਦਮਦਮਾ ਕਾਲਜ ਤਲਵੰਡੀ ਸਾਬੋ ਨੂੰ ਮਾਤਾ ਬਲਵੰਤ ਕੌਰ ਕੋਲ ਛੱਡ ਜਾਂਦੇ ਸਨ ਅਤੇ ਮਾਤਾ ਨੇ 4 ਸਾਲ ਤੱਕ ਉਹਨੂੰ ਆਪਣੇ ਪੁੱਤ ਵਾਂਗ ਪਾਲਿਆ ਅਤੇ ਸਾਂਭਿਆ। ਪ੍ਰੋਫੈਸਰ ਗੁਰਮੀਤ ਸਿੰਘ ਕੋਟਕਪੁਰਾ ਦੇ ਸਿਰ 'ਤੇ ਵੀ ਪ੍ਰੋਫੈਸਰ ਗੁਰਦਿਆਲ ਸਿੰਘ ਦਾ ਹੱਥ ਹਮੇਸ਼ਾ ਹੀ ਰਿਹਾ ਹੈ। ਪ੍ਰੋਫੈਸਰ ਗੁਰਦਿਆਲ ਸਿੰਘ ਇੱਕ ਨਾਵਲਕਾਰ ਦੇ ਵਜੋਂ ਹੀ ਜਾਣਿਆ ਜਾਂਦਾ ਹੈ, ਪਰ ਉਹਦੀਆਂ ਕਹਾਣੀਆਂ ਦੀਆਂ ਕਿਤਾਬਾਂ ਦੀ ਗਿਣਤੀ ਵੀ ਨਾਵਲਾਂ ਦੇ ਲਗਭਗ ਹੀ ਹੈ ਅਤੇ ਕਈ ਕਹਾਣੀਆਂ ਪੰਜਾਬੀ ਦੀਆਂ ਸ਼ਾਹਕਾਰ ਕਹਾਣੀਆਂ ਕਹੀਆਂ ਜਾ ਸਕਦੀਆਂ।
ਪ੍ਰੋਫੈਸਰ ਗੁਰਦਿਆਲ ਸਿੰਘ ਪਹਿਲਾ ਪੰਜਾਬੀ ਨਾਵਲਕਾਰ ਹੈ ਜਿਹਦੇ ਦਿੱਲੀ 'ਚ ਲੱਗਣ ਵਾਲੇ ਸਾਰੇ ਪੁਸਤਕ ਮੇਲੇ ਵਿੱਚ ਅੰਗਰੇਜ਼ੀ ਦੇ ਸਟਾਲਾਂ 'ਤੇ ਸਭ ਤੋਂ ਵੱਧ ਨਾਵਲ ਵਿਕਦੇ ਹਨ। ਉਹ ਹਿੰਦੀ ਪਾਠਕਾਂ ਦਾ ਵੀ ਚਹੇਤਾ ਨਾਵਲਕਾਰ ਹੈ। ਵੱਡੇ ਵੱਡੇ ਲੇਖਕਾਂ ਦੇ 1 ਜਾਂ 2 ਕਲਾਸਿਕ ਅਮਰ ਪਾਤਰ ਹੁੰਦੇ ਹਨ, ਪਰ ਗੁਰਦਿਆਲ ਸਿੰਘ ਦੇ 4 ਕਲਾਸਿਕ ਪਾਤਰ ਜਗਸੀਰ, ਮੜੀ ਦਾ ਦੀਵਾ, ਬਿਸ਼ਨਾ, ਅਣਹੋਈ, ਮੋਦਨ, ਅੱਧ ਚਾਨਣੀ ਰਾਤ ਤੇ ਪਰਸਾ ਹਨ। ਉਹ ਪੰਜਾਬੀ ਦਾ ਪਹਿਲਾ ਨਾਵਲਕਾਰ ਹੈ ਜਿਹਨੂੰ ਕੌਮੀ ਤੇ ਬੌਧਿਕ ਪੱਧਰ 'ਤੇ ਮਾਨਤਾ ਮਿਲੀ ਹੈ। ਉਹਨੂੰ ਸ਼ਿਵ ਕੁਮਾਰ ਬਟਾਲਵੀ ਵਾਂਗ ਸਰਬ ਪੱਖੀ ਮਾਨਤਾ ਮਿਲੀ ਹੈ ਤੇ ਪੰਜਾਬੀ ਸਾਹਿਤ ਦੇ ਇਹ 2 ਲੇਖਕ ਵੀ ਹਨ ਜੋ ਸਰਬ ਪ੍ਰਵਾਨਿਤ ਲੇਖ ਮੰਨੇ ਜਾਂਦੇ ਹਨ। ਥੋੜ੍ਹੀ ਜਿਹੀ ਸ਼ੋਹਰਤ ਮਿਲਣ ਨਾਲ ਹੀ ਕਈ ਲੇਖਕਾਂ ਦੇ ਪੈਰ ਚੁੱਕੇ ਜਾਂਦੇ ਹਨ, ਪਰ ਇੰਨਾ ਕੁਝ ਮਿਲਣ ਦੇ ਬਾਵਜੂਦ ਵੀ ਇਸ ਬੰਦੇ 'ਚ ਈਗੋ ਜਾਂ ਹਉਮੈ ਦਾ ਨਾਮੋ ਨਿਸ਼ਾਨ ਨਹੀਂ ਹੈ। ਬਾਅਦ ਦੀ ਲਿਖਤ 28 ਫਰਵਰੀ 2016 ਨੂੰ ਖਿੰਡੀ ਪੁੰਡੀ ਸਾਹਿਤ ਸਭਾ ਜੈਤੋਂ ਦੇ ਅਸੀਂ 4 ਪੁਰਾਣੇ ਮੈਂਬਰ ਆਪਣੇ ਸਫ਼ਰਾਂ ਦੇ ਸਾਥੀ ਯਸ਼ਪਾਲ ਕਾਲੇ ਦੀ ਬੇਵਕਤੀ ਮੌਤ ਤੇ ਅੰਤਿਮ ਰਸਮਾਂ 'ਚ ਭਾਗ ਲੈਣ ਲਈ ਕਾਲੂ ਰਾਮ ਦੀ ਬਗੀਚੀ ਜੈਤੋ 'ਚ ਇਕੱਠੇ ਹੋਏ ਤਾਂ ਮੈਂ ਉਹਨਾਂ ਕੋਲ ਪ੍ਰੋਫੈਸਰ ਸਾਹਿਬ ਨੂੰ ਮਿਲਣ ਦਾ ਸੁਝਾਅ ਰੱਖਿਆ। ਅਮਰਜੀਤ ਢਿੱਲੋਂ ਸਿਰ ਫੇਰ ਗਿਆ ਕਿ ਉਹਨਾਂ ਨੂੰ ਮਿਲਣ ਵਾਸਤੇ 3 ਘੰਟੇ ਚਾਹੀਦੇ ਆ। ਹੁਣ ਆਪਣੇ ਕੋਲ ਇੰਨਾ ਸਮਾਂ ਕਿੱਥੇ। ਉਦੋਂ ਗੱਲਾਂ ਹੋਰ ਸਨ, ਨਾਲੇ ਪ੍ਰੋਫੈਸਰ ਸਾਹਿਬ ਨੇ ਉਹੀ ਗੱਲਾਂ ਕਰਨੀਆਂ ਨੇ ਜਿਹੜੀਆਂ ਆਪਾਂ ਸੈਂਕੜੇ ਵਾਰ ਸੁਣ ਚੁੱਕੇ ਹਾਂ। ਦਰਸ਼ਨ ਬਲਾੜੀਆ ਨੇ ਵੀ ਲੱਤ ਨਾ ਲਾਈ, ਪਰ ਜੈਤੋਂ ਆ ਕੇ ਪ੍ਰੋਫੈਸਰ ਸਾਹਿਬ ਨੂੰ ਮਿਲੇ ਬਿਨਾਂ ਮੇਰਾ ਮਨ ਨਾ ਮੰਨਿਆ। ਮੈਂ ਹਰਦਮ ਮਾਨ ਦੇ ਭਰਾ ਸੁਰਜੀਤ ਨੂੰ ਨਾਲ ਤੋਰ ਲਿਆ ਤੇ ਅਸੀਂ ਬਿਨਾਂ ਅਗਾਊਂ ਸੂਚਨਾ ਦੇ ਉਹਨਾਂ ਦੇ ਘਰ ਦੀ ਡੋਰ ਬੈਲ ਜਾ ਨੱਪੀ। ਨਜ਼ਰ ਦੀਆਂ ਐਨਕਾਂ ਲੱਗੀਆਂ ਵਾਲੀ ਔਰਤ ਨੇ ਦਰਵਾਜ਼ਾ ਖੋਲ੍ਹਿਆ, ਮੁਸਕਰਾ ਕੇ ਸਿਰ ਨਵਾਇਆ ਤੇ ਇੱਕ ਪਾਸੇ ਹਟ ਗਈ। ਅਸੀਂ ਪੌੜੀਆਂ ਚੜ੍ਹ ਕੇ ਪ੍ਰੋਫੈਸਰ ਸਾਹਿਬ ਦੇ ਕਮਰੇ 'ਚ ਜਾ ਵੜੇ। ਮਾਤਾ ਜੀ ਬੈੱਡ ਤੋਂ ਉੱਠੇ ਤੇ ਬਿਨਾਂ ਬੋਲੇ ਚੱਪਲਾਂ ਪਾ ਕੇ ਬਾਹਰ ਨਿਕਲ ਗਏ। ਪ੍ਰੋਫੈਸਰ ਸਾਹਿਬ ਦੇ ਗੋਡੀ ਹੱਥ ਲਾ ਕੇ ਅਸੀਂ ਆਰਾਮ ਕੁਰਸੀਆਂ 'ਤੇ ਬੈਠ ਗਏ। ਪ੍ਰੋਫੈਸਰ ਸਾਹਿਬ ਬਹੁਤ ਹੀ ਕਮਜ਼ੋਰ ਦਿਸ ਰਹੇ ਸਨ ਤੇ ਉਹ ਬੜੀ ਹੌਲੀ ਬੋਲ ਰਹੇ ਸਨ। ਅਸੀਂ ਕੁਰਸੀਆਂ ਉਹਨਾਂ ਦੇ ਹੋਰ ਨੇੜੇ ਕਰ ਲਈਆਂ। ਥੋੜ੍ਹੀ ਦੇਰ ਬਾਅਦ ਉਹ ਇੱਕ ਕੱਪੜੇ ਨਾਲ ਆਪਣੇ ਬੁੱਲ੍ਹ ਸਾਫ਼ ਕਰ ਰਹੇ ਸਨ। ਉਹਨਾਂ ਨੂੰ ਬੋਲਣ ਲੱਗਿਆਂ ਤਕਲੀਫ ਹੋ ਰਹੀ ਲੱਗਦੀ ਸੀ, ਪਰ ਉਹ ਬੋਲ ਰਹੇ ਸਨ। ਪ੍ਰੋਫੈਸਰ ਸਾਹਿਬ ਦੀ ਨੂੰਹ ਚਾਹ ਦੀਆਂ ਪਿਆਲੀਆਂ ਤੇ ਬਿਸਕਿਟ ਰੱਖ ਗਈ। 2 ਘੰਟੇ ਹੋ ਚੱਲੇ ਸਨ। ਮੈਨੂੰ ਜਾਪ ਰਿਹਾ ਸੀ ਕਿ ਹੁਣ ਉਹ ਹੱਥ ਜੋੜ ਦੇਣਗੇ ਤੇ ਸਾਨੂੰ ਜਾਣ ਲਈ ਕਹਿ ਦੇਣਗੇ, ਪਰ ਅਜਿਹਾ ਤਾਂ ਉਹਨਾਂ ਦਾ ਸੁਭਾਅ ਹੀ ਨਹੀਂ। ਉਹ ਹੌਲੀ ਬੋਲੀ ਜਾ ਰਹੇ ਸਨ ਤੇ ਆਵਾਜ਼ ਹੋਰ ਵੀ ਮੱਧਮ ਹੋ ਰਹੀ ਸੀ। ਫਿਰ ਮੈਂ ਹੀ ਖੜੇ ਹੋ ਕੇ ਹੱਥ ਜੋੜ ਦਿੱਤੇ ਤੇ ਜਾਣ ਦੀ ਇਜਾਜ਼ਤ ਮੰਗ ਲਈ। ਦਿਲ ਤਾਂ ਪਹਿਲਾਂ ਹੀ ਉਦਾਸ ਸੀ, ਉਹਨਾਂ ਨੂੰ ਮਿਲਣ ਤੋਂ ਬਾਅਦ ਹੋਰ ਵੀ ਉਦਾਸ ਹੋ ਗਿਆ। ਅਸੀਂ ਪੌੜੀਆਂ ਉਤਰ ਕੇ ਗਲੀ 'ਚ ਆ ਗਏ। ਗਲੀ 'ਚ ਖੜੋ ਕੇ ਮੈਂ ਮਕਾਨ ਵੱਲ ਘੋਖਵੀਂ ਨਜ਼ਰ ਮਾਰੀ। ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮਾਂ ਹੋ ਗਿਆ ਹੋਣਾ ਹੈ। ਕੋਈ ਨਵੀਂ ਇੱਟ ਲੱਗੀ ਨੂੰ ਤੇ ਨਾਲ ਦੇ ਛੋਟੇ ਜਿਹੇ ਖੰਡਰਨੁਮਾ ਪਲਾਟ 'ਚ ਇੱਟਾਂ ਉਸੇ ਤਰ੍ਹਾਂ ਖਿਲ ਰਹੀਆਂ ਪਈਆਂ ਸਨ। ਦਿਨ ਅਜੇ ਛਿਪਿਆ ਨਹੀਂ ਸੀ। ਸ਼ਾਮ ਦਾ ਸੂਰਜ ਸੁਰਖ ਕਿਰਨਾਂ ਸਮੇਟਣ ਦੀ ਤਿਆਰੀ ਕਰਦਾ ਹੋਰ ਖੂਬਸੂਰਤ ਹੋ ਰਿਹਾ ਸੀ। ਧੰਨਵਾਦ।